साहिब जी। कहाँ बुद्ध प्रभ तुच्छ हमारी, बर न सकै महिमा जो तुहारी। हम न सकत कर सिफत तुम्हारी, आप लेहो तुम कथा सुधारी। ज्यों बुलावै त्यों बोले स्वामी, कुदरत कवन हमारी। साध संग नानक जस गायो, जो प्रभ की अत प्यारी। जेता जियो पिंड सब तेरा, तू अंतर जामी पुरख भगवान। दासन दास कह जन नानक, जे हाथू कराए ते हों करी वख्यान। सुखो टल गुर सेवियै, ऐनस सहज सुभाए। दर्शन परसि गुरु के, जन्म मरण दुख जाए। होवै सिफत कुसंबदी, नूर अरसों करसों छटिया। तुद डिठे सच्चे पातशाह, माल जन्म जन्म दी घटी। तुद डिठे सच्चे पातशाह, माल जन्म जन्म दी घटी है। सतनाम वाहिगुरु साहिब जी। राग मारू महला पहला, घर पंजवा। एक ओंकार सतगुर प्रसाद। अहनस जागै नींद ना सोवै, सो जाने जिस वेद न होवै। प्रेम के कान लगे तन भीतर, वैद के जाने कारी जियो। वाहिगुरु जी का खालसा, वाहिगुरु जी की फतेह। जुगो जुग अटल चवर तख्त संघासन दे मालक, दीन दुनिया दे पातशाह गुरु ग्रंथ साहिब जियां दी पवित्र पावन हजूरी दा आनंद मान रही गुरु की संगत। सतगुरु अमृत वेले दियां दातां बख्शिश करदियां होया, गुरबाणी दे नितनेम और कीर्तन दी दात आप संगतां ने सरवण कीती है। इस वेले गुरबाणी दी लड़ीवार कथा सरवण करन वास्ते आपां गुरु दरबार विच पहुँचे हाँ, जिथे शरीर करके बैठ के महाराज की बाणी का आनंद प्राप्त कर रहे हाँ, उथे मन करके भी सतगुरां दी गुरबाणी के आनंद नूं प्राप्त करिए, मन नूं टकाइए, मिल के आखिए सतनाम श्री वाहिगुरु साहिब जी। राग मारू महला पहला, घर पंजवा। एक ओंकार सतगुर प्रसाद। मारू राग दे अंदर पहले पातशाह गुरु नानक देव पातशाह जी का ये शब्द है,
ਮਾਰੂ ਰਾਗ ਦੀ ਰਮਤਾ ਵਿੱਚ 12 ਸ਼ਬਦ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਬਖਸ਼ਿਸ਼ ਕੀਤੇ, ਜਿਸ ਦੇ ਵਿੱਚੋਂ 11 ਸ਼ਬਦ ਆਪਾਂ ਸਰਵਨ ਕਰ ਲਏ ਨੇ। ਅੱਜ 12ਵਾਂ ਸ਼ਬਦ ਪ੍ਰਾਪਤ ਹੋ ਰਿਹਾ ਹੈ। ਜੋ ਗੁਰੂ ਘਰ ਦੇ ਕੀਰਤਨੀਏ ਰਾਗ ਪੜ੍ਹਨ ਵਾਲੇ ਨੇ, ਰਾਗ ਗਵਈਏ ਨੇ, ਉਹਨਾਂ ਨੂੰ ਹੁਕਮ ਮਹਾਰਾਜ ਜੀ ਦਾ ਇਸ ਰਾਗ ਨੂੰ 5ਵੇਂ ਘਰ ਦੇ ਅੰਦਰ ਆਪ ਸੰਗਤਾਂ ਨੇ ਪੜ੍ਹਨਾ ਹੈ। ਮੰਗਲਾਚਰਨ ਲਿਖਦੇ ਪਏ, ਇੱਕ ਓੰਕਾਰ ਸਤਿਗੁਰ ਪ੍ਰਸਾਦ, ਪਰਮਾਤਮਾ ਇੱਕ ਹੈ, ਉਹਦੇ ਵਰਗਾ ਦੂਜਾ ਕੋਈ ਨਹੀਂ ਹੈ। ਮੇਰੇ ਪ੍ਰਭ ਇਹ ਖੇਲ ਉਪਾਇਆ, ਕੋਈ ਨਾ ਕਿਸੀ ਜਿਹਾ ਉਪਾਇਆ। ਪਰਮਾਤਮਾ ਨੇ ਇੱਕ ਇਹੋ ਜਿਹੀ ਖੇਡ ਖੇਡੀ ਹੈ ਵੀ ਇੱਕ ਵਰਗਾ ਦੂਜਾ ਉਹਨੇ ਪੈਦਾ ਹੀ ਨਹੀਂ ਕੀਤਾ। ਜਦੋਂ ਦੁਨੀਆ ਦੇ ਵਿੱਚ ਇੱਕ ਵਰਗਾ ਦੂਜਾ ਪੈਦਾ ਨਹੀਂ ਕੀਤਾ, ਫਿਰ ਉਸਨੇ ਆਪਣੇ ਵਰਗਾ ਵੀ ਦੂਜਾ ਕੋਈ ਨਹੀਂ ਬਣਾਇਆ। ਇਸ ਕਰਕੇ ਸਾਹਿਬ ਮੇਰਾ ਇੱਕੋ ਹੈ, ਉਹ ਇੱਕ ਹੈ ਪਰਮਾਤਮਾ। ਸਤਿਗੁਰੂ ਕਹਿਣ ਲੱਗੇ ਇੱਕ ਓੰਕਾਰ, ਓੰਕਾਰ ਪਰਮਾਤਮਾ ਨਿਰੰਕਾਰ ਵਾਹਿਗੁਰੂ ਇੱਕ ਹੈ। ਸਤਿਗੁਰ ਪ੍ਰਸਾਦ, ਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰ ਭਲਿਆ। ਗੁਰੂ ਦੀ ਸੇਵਾ ਕਰੇਗਾ ਉਸ ਦੀ ਪ੍ਰਾਪਤੀ ਹੁੰਦੀ ਹੈ। ਮਹਾਰਾਜ ਫਰਮਾਉਂਦੇ ਹਨ, ਅਹਨਸ ਜਾਗੈ ਨੀਂਦ ਨਾ ਸੋਵੈ। ਮਹਾਰਾਜ ਬਚਨ ਬਖਸ਼ਿਸ਼ ਕਰਦੇ ਕਹਿਣ ਲੱਗੇ, ਅਹਨਿਸ ਜਾਗੈ, ਜਿਹੜੇ ਦਿਨੇ ਰਾਤ ਪਰਮਾਤਮਾ ਦੀ ਸਿਫਤ ਵਿੱਚ ਜਾਗਦੇ ਨੇ। ਇਹ ਨਿਸ ਦਿਨ ਤੇ ਰਾਤ ਦਾ ਸਮਾਂ, ਜਿਸ ਨੂੰ ਆਪਾਂ 24 ਘੰਟੇ ਕਹਿ ਦਿੰਦੇ। ਜੋ ਐਸੇ ਪ੍ਰੇਮੀ ਨੇ ਜਿਹੜੇ ਰਾਤ ਵੀ ਜਪਦੇ ਪਏ, ਦਿਨੇ ਵੀ ਜਪਦੇ ਪਏ। ਸੁਪਨੇ ਹੂੰ ਬਰੜਾਏ ਕੈ ਜਿਹ ਮੁਖ ਨਿਕਸੈ ਰਾਮ। ਜਿਨ੍ਹਾਂ ਨੇ ਸਵੇਰ ਵੇਲੇ ਜਪਿਆ ਹੈ ਨਾ, ਵਾਹਿਗੁਰੂ ਕਰਿਆ ਹੈ, ਵਾਹਿਗੁਰੂ ਜਪਿਆ ਹੈ, ਵਾਹਿਗੁਰੂ ਸਿਮਰਿਆ ਹੈ, ਉਹ ਰਾਤ ਨੂੰ ਸੁੱਤਿਆਂ ਵੀ ਵਾਹਿਗੁਰੂ ਵਾਹਿਗੁਰੂ ਕਰਦੇ ਰਹਿੰਦੇ। ਮਹਾਰਾਜ ਕਹਿਣ ਲੱਗੇ ਕੁਝ ਪ੍ਰੇਮੀ ਐਸੇ ਨੇ, ਅਹਨਿਸ ਜਾਗੈ, ਜਿਹਨੇ ਦਿਨੇ ਰਾਤ ਹੀ ਜਾਗਦੇ ਰਹਿੰਦੇ, ਪ੍ਰਤੱਖ ਵੀ ਜਾਗਦੇ ਰਹਿੰਦੇ, ਨੀਂਦ ਨਹੀਂ ਆਉਂਦੀ ਹੈ। ਕਿਸੇ ਮਹਾਤਮਾ ਨੂੰ ਕਿਸੇ ਗੁਰਮੁਖ ਨੇ ਪੁੱਛਿਆ, ਕਹਿਣ ਲੱਗੇ ਮਹਾਂਪੁਰਖੋ, ਦੁਨੀਆ ਦੇ ਲੋਕ ਆਖਦੇ ਨੇ 8 ਘੰਟੇ ਸੌਂ ਲਈਏ ਤੇ ਫਿਰ ਵੀ ਨੀਂਦ ਪੂਰੀ ਨਹੀਂ ਹੁੰਦੀ, ਤੁਸੀਂ ਹਰ ਵੇਲੇ ਹੀ ਜਪਦੇ ਰਹਿੰਦੇ, ਕੇਵਲ ਅੱਧਾ ਘੰਟਾ ਜਾਂ ਘੰਟਾ ਹੀ ਆਰਾਮ ਕਰਦੇ। ਤੇ ਮਹਾਤਮਾ ਨੇ ਬਚਨ ਸੁਣਾਇਆ, ਕਹਿਣ ਲੱਗੇ ਭਾਈ, ਮਨ ਤੇ 1 ਘੰਟਾ ਵੀ ਸੌਣ ਨੂੰ ਨਹੀਂ ਕਰਦਾ ਹੈ, ਪਰ ਇਹ ਇੱਕ ਪਰਮਾਤਮਾ ਦੀ ਮਰਿਆਦਾ ਹੈ ਵੀ ਸਰੀਰ ਵਾਸਤੇ ਨਿੰਦਰਾ ਹੈ, ਤੇ ਉਹ ਮਰਿਆਦਾ ਵਿੱਚ ਰਹਿ ਕੇ ਅਸੀਂ ਉਹਦੇ ਹੁਕਮ ਨੂੰ ਮੰਨਦਿਆਂ ਹੋਇਆਂ ਇਹ ਅਸੀਂ 1 ਘੰਟੇ ਜਾਂ ਅੱਧੇ ਘੰਟੇ ਦਾ ਆਰਾਮ ਕਰਦੇ ਹਾਂ। ਵੈਸੇ ਭਾਈ ਗੁਰਮੁਖਾ ਸਾਨੂੰ ਇਹ ਵੀ ਲੋੜ ਨਹੀਂ ਹੈ। ਸੋ ਐਸੀ ਅਵਸਥਾ ਮਹਾਰਾਜ ਜੀਆਂ ਨੇ ਬਖਸ਼ਿਸ਼ ਕਰ ਦਿੱਤੀ ਹੈ। ਮਹਾਰਾਜ ਕਹਿਣ ਲੱਗੇ, ਐਸ ਜਾਗੈ, ਜਿਹੜੇ ਪ੍ਰੇਮੀ ਨੇ ਉਹ ਪ੍ਰੇਮ ਦੇ ਵਿੱਚ ਦਿਨੇ ਰਾਤ ਜਾਗਦੇ ਰਹਿੰਦੇ, ਨੀਂਦ ਨਾ ਸੋਵੈ, ਸੰਸਾਰ ਦੀ ਨਿੰਦਰਾ ਵਿੱਚ ਨਹੀਂ ਸੌਂਦੇ। ਅਸੀਂ ਸੰਸਾਰੀ ਲੋਕਾਂ ਨੂੰ ਸਵੇਰੇ ਵੀ ਸੁੱਤੇ ਰਹਿੰਦੇ, ਪੇਟ ਭਰੇ ਪਸ਼ੂਆ ਜਿਉਂ ਸੋਇਓ, ਪੇਟ ਭਰ ਲਿਆ ਖਾ ਪੀ ਕੇ ਫਿਰ ਸੁੱਤਾ ਰਹਿੰਦਾ, ਦਿਨੇ ਵੀ ਰਾਤ ਵੀ ਸੁੱਤਾ ਰਹਿੰਦਾ। ਅੰਮ੍ਰਿਤ ਵੇਲਾ ਹੁੰਦਾ, ਸਾਨੂੰ ਜਾਗ ਨਹੀਂ ਆਉਂਦੀ। ਪਿਛਲ ਰਾਤ ਨਾ ਜਾਗਿਓ ਜੀਵੰਦੜੋ ਮੋਇਓਏ, ਜੇ ਤੈਂ ਰੱਬ ਵਿਸਾਰਿਆ ਰੱਬ ਨਾ ਵਿਸਰਿਓ ਹੈ। ਗੁਰਬਾਣੀ ਦੇ ਮਹਾਂਵਾਕ ਨੇ। ਸਾਡੇ ਵਰਗੇ ਸੰਸਾਰੀ ਲੋਕ ਪ੍ਰਸ਼ਾਦਾ ਭੋਜਨ ਛਕ ਕੇ ਸੌਂ ਜਾਂਦੇ, ਪਰ ਗੁਰਮੁਖ ਜਿਹੜੇ ਨੇ, ਪਾਤਸ਼ਾਹ ਕਹਿਣ ਲੱਗੇ ਨੀਂਦ ਨਾ ਸੋਵੈ, ਉਹ ਨਿੰਦਰਾ ਦੇ ਵਸ ਹੋ ਕੇ ਸੌਂਦੇ ਹੀ ਨੇ। ਇਸੇ ਪੰਕਤੀ ਨੂੰ ਦੁਬਾਰਾ ਫਿਰ ਮਹਾਰਾਜ ਬਖਸ਼ਿਸ਼ ਕਰਦੇ ਹਨ, ਐਨਸ ਜਾਗੈ ਨੀਂਦ ਨਾ ਸੋਵੈ। ਮਹਾਰਾਜ ਕਹਿਣ ਲੱਗੇ ਭਾਈ ਬਚਨ ਇਹ ਹੈ, ਜਿਹੜੇ ਗੁਰਮੁਖ ਗਿਆਨ ਅਵਸਥਾ ਵਿੱਚ ਜਾਗਦੇ ਪਏ, ਜਿਨ੍ਹਾਂ ਨੂੰ ਗਿਆਨ ਹੋ ਗਿਆ, ਇਹ ਵੀ ਇੱਕ ਅਵਸਥਾ ਹੈ। ਜਿਹੜੇ ਗਿਆਨ ਤੋਂ ਹੀਣੇ ਨੇ ਉਹ ਸੁੱਤੇ ਹੋਏ ਨੇ, ਅਵਿਦਿਆ ਦੀ ਨੀਂਦ, ਮੋਹ ਦੀ ਨੀਂਦ। ਆਪਣੇ ਵਰਗੇ ਸੰਸਾਰੀ ਲੋਕ ਸੁੱਤੇ ਹੋਏ, ਮੈਂ ਘਰ ਦਾ ਇਹ ਕੰਮ ਕਰ ਲਵਾਂ, ਮੈਂ ਪਰਿਵਾਰ ਦਾ ਇਹ ਕੰਮ ਕਰ ਲਵਾਂ, ਮੋਹ ਦੇ ਵਿੱਚ ਸੁੱਤੇ ਆ ਨਾ, ਪਤਾ ਹੀ ਨਹੀਂ ਵੀ ਕਾਹਦੇ ਵਾਸਤੇ ਦੁਨੀਆ ਤੇ ਆਏ। ਜਿਹੜੇ ਗੁਰਮੁਖ ਨੇ ਉਹ ਜਾਗੇ ਨੇ, ਉਹ ਜਾਗ ਪਏ ਨੇ, ਉਹਨਾਂ ਨੂੰ ਸਮਝ ਪੈ ਗਈ ਹੈ ਜਾਗਰਤ ਅਵਸਥਾ ਵਿੱਚ ਜਾਗਣਾ। ਤੇ ਨੀਂਦ ਨਾ ਸੋਵੈ, ਉਹ ਮੋਹ ਦੀ ਨੀਂਦ ਵਿੱਚ ਨਹੀਂ ਸੌਂਦੇ ਹਨ, ਮੋਹ ਦੇ ਵਿੱਚ ਨਹੀਂ ਪੈਂਦੇ, ਐਸੀ ਅਵਸਥਾ ਪ੍ਰਾਪਤ ਕਰਦੇ ਹਨ। ਸੋ ਜਾਣੈ ਜਿਸ ਵੇਦਨ ਹੋਵੈ। ਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ, ਇਸ ਪ੍ਰੇਮ ਨੂੰ ਉਹੀ ਜਾਣਦਾ ਹੈ, ਇਸ ਰੀਤੀ ਨੂੰ ਉਹ ਜਾਣਦਾ ਹੈ ਜਿਸ ਵੇਦਨ ਹੋਵੈ। ਜਿਸ ਨੂੰ ਵੇਦਨ ਕਹੀਏ ਵਿਛੋੜੇ ਦੀ ਪੀੜਾ ਹੈ,
ਹੁਣ ਜਿਹਨੂੰ ਪੀੜ ਹੁੰਦੀ ਹੈ ਨਾ, ਦਰਦ ਹੁੰਦਾ, ਆਪਾਂ ਉਹਨੂੰ ਕਹਿ ਦਿੰਦੇ ਆ ਕੋਈ ਗੱਲ ਨਹੀਂ ਹੁਣੇ ਪੀੜ ਹਟ ਜਾਏਗੀ, ਆਹ ਗੋਲੀ ਖਾ ਲਾ ਘਟ ਜਾਏਗੀ। ਅਸੀਂ ਕੇਵਲ ਸਲਾਹ ਦੇ ਸਕਦੇ ਹਾਂ, ਪਰ ਜਿਹਨੂੰ ਪੀੜ ਹੋ ਰਹੀ ਹੈ ਨਾ ਉਹਨੂੰ ਪਤਾ ਵੀ ਕਿੰਨਾ ਕੁ ਦਰਦ ਹੈ, ਦਰਦ ਦਾ ਗਿਆਨ ਉਹਨੂੰ ਹੈ। ਅਸੀਂ ਤੇ ਕੇਵਲ ਉੱਪਰਲੇ ਲੋਕ ਕਹਿਣ ਮਾਤਰ ਹੀ ਗੱਲਾਂ ਕਰਦੇ। ਮਹਾਰਾਜ ਕਹਿਣ ਲੱਗੇ ਸੋ ਜਾਣੈ, ਇਸ ਗੱਲ ਨੂੰ ਉਹ ਜਾਣਦਾ ਜਿਸ ਵੇਦਨ ਹੋਵੇ, ਜਿਸ ਨੂੰ ਵਿਛੋੜੇ ਦੀ ਪੀੜਾ ਲੱਗੀ ਹੈ, ਜਿਹੜਾ ਵਿਛੜਿਆ ਨਾ, ਜਿਹਨੂੰ ਸਮਝ ਪੈ ਗਈ ਹੈ ਇਸ ਪੀੜਾ ਦਰਦ ਨੂੰ, ਉਹ ਜਾਣਦਾ ਹੈ। ਪ੍ਰੇਮ ਕੇ ਕਾਨ ਲਗੇ ਤਨ ਭੀਤਰ। ਮਹਾਰਾਜ ਕਹਿਣ ਲੱਗੇ ਭਾਈ ਤਨ ਨਾਮ ਹੈ ਇੱਥੇ ਸੂਖਮ ਸਰੀਰ ਦਾ ਹੈ। ਸਾਡੇ ਕੋਲ ਦੋ ਸਰੀਰ ਨੇ, ਇੱਕ ਹੈ ਸੂਖਮ ਸਰੀਰ, ਇੱਕ ਹੈ ਸਥੂਲ ਸਰੀਰ। ਸਥੂਲ ਸਰੀਰ ਇਹ ਹੈ ਜਿਹੜਾ ਦਿਸਦਾ ਪਿਆ, ਜਿਹਨੂੰ ਅਸੀਂ ਮਿਣ ਸਕਦੇ ਹਾਂ ਫੀਤੇ ਨਾਲ ਵੀ ਇੰਨਾ ਮੋਟਾ ਤੇ ਇੰਨਾ ਲੰਮਾ ਹੈ, ਇਹ ਸਥੂਲ ਸਰੀਰ ਹੈ। ਇੱਕ ਸੂਖਮ ਸਰੀਰ ਹੈ ਜਿਸ ਨੂੰ ਪ੍ਰਕਾਸ਼ ਹੀ ਕਿਹਾ ਜਾਂਦਾ, ਜਿਹੜਾ ਫੜਿਆ ਨਹੀਂ ਜਾਂਦਾ ਕਿਸੇ ਕੋਲ, ਉਹਨੂੰ ਕਿਹਾ ਜਾਂਦਾ ਸੂਖਮ ਸਰੀਰ। ਆਪਾਂ ਆਤਮਾ ਵੀ ਕਹਿ ਦਿੰਦੇ। ਪਾਤਸ਼ਾਹ ਕਹਿਣ ਲੱਗੇ ਪ੍ਰੇਮ ਕੇ ਕਾਨ ਲਗੇ ਤਨ ਭੀਤਰ, ਜਿਨ੍ਹਾਂ ਦੇ ਸੂਖਮ ਸਰੀਰ ਦੇ ਅੰਦਰ ਪਰਮਾਤਮਾ ਦੇ ਪ੍ਰੇਮ ਰੂਪੀ ਤੀਰ ਲੱਗੇ, ਐਸੇ ਜਿਹੜੇ ਗੁਰਮੁਖ ਨੇ ਜਿਨ੍ਹਾਂ ਨੂੰ ਪ੍ਰੇਮ ਦੇ ਤੀਰ ਵੱਜੇ ਹਨ। ਵੈਦ ਕੇ ਜਾਣੇ ਕਾਰੀ ਜੀਓ। ਪਾਤਸ਼ਾਹ ਕਹਿਣ ਲੱਗੇ ਸੰਸਾਰੀ ਜਿਹੜਾ ਵੈਦ ਹੈ ਇਸ ਦੀ ਕੀ ਦਵਾਈ ਜਾਣਦਾ ਹੈ? ਸੰਸਾਰੀ ਵੈਦ ਨਹੀਂ ਕੋਈ ਜਾਣਦਾ। ਸੰਸਾਰੀ ਵੈਦ ਭੋਲਾ ਵੈਦ ਨਾ ਜਾਣੇ, ਕਰਕ ਕਲੇਜੇ ਮਾਹੇ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਸ਼ਬਦ ਆਪਾਂ ਪੜ੍ਹਦੇ ਹਾਂ ਨਾ, ਕਹਿਣ ਲੱਗੇ ਵੈਦ ਦੇ ਕੋਲ ਦਵਾਈ ਲੈਣ ਚਲੇ ਗਿਆ ਵੀ ਸ਼ਾਇਦ ਬਿਮਾਰ ਹੋ ਗਏ ਹੋ, ਤੇ ਵੈਦ ਜਿਹੜਾ ਉਹ ਨਬਜ ਫੜ ਕੇ ਵੇਖਣ ਲੱਗ ਪਿਆ ਵੀ ਇਹਨਾਂ ਨੂੰ ਰੋਗ ਕੀ ਹੈ, ਬਿਮਾਰੀ ਕੀ ਹੈ, ਲੱਭਦਾ ਪਿਆ ਬੜੇ ਧਿਆਨ ਦੇ ਨਾਲ, ਪਰ ਲੱਭਿਆ ਹੀ ਕੋਈ ਨਹੀਂ। ਮਹਾਰਾਜ ਕਹਿਣ ਲੱਗੇ ਭੋਲਾ ਵੈਦ ਨਾ ਜਾਣੀ, ਕਰਕ ਕਰੇ ਜੇ ਮਾਹੇ। ਵੈਦ ਤੇ ਇਹ ਲੱਭਦਾ ਵੀ ਸਰੀਰ ਵਿੱਚ ਨੁਕਸ ਕੀ ਹੈ, ਪਰ ਵੈਦ ਨੂੰ ਕੀ ਪਤਾ ਵੀ ਇਹ ਤੇ ਪੀੜਾ ਕਲੇਜੇ ਦੇ ਵਿੱਚ ਹੈ, ਮਨ ਦੀ ਪੀੜਾ ਹੈ। ਮਨ ਦੀ ਪੀੜਾ ਕਿਸੇ ਨਬਜ ਵਿੱਚ ਥੋੜੀ ਆਉਂਦੀ ਹੈ। ਅਵਰ ਕੇ ਜਾਣੇ ਕਾਰੀ ਜੀਓ। ਮਹਾਰਾਜ ਕਹਿਣ ਲੱਗੇ ਭਾਈ ਵੈਦ ਕੇ ਜਾਣੇ, ਦੁਨਿਆਵੀ ਜਿਹੜੇ ਵੈਦ ਨੇ ਸੰਸਾਰੀ, ਉਹ ਨਹੀਂ ਜਾਣਦੇ ਹਨ ਵੀ ਇਸ ਪੀੜਾ ਦੀ ਕਿਹੜੀ ਦਵਾਈ ਹੈ। ਜਿਸਨੂੰ ਸਾਚਾ ਸਿਫਤੀ ਲਾਏ। ਸੱਚਾ ਪ੍ਰਮਾਤਮਾ ਜਿਸ ਨੂੰ ਆਪਣੀ ਸਿਫਤ ਵਿੱਚ ਲਾਉਂਦਾ ਹੈ, ਜਿਸ ਨੂੰ ਬਖਸ਼ੈ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਸਿਫਤ ਆਪਣੇ ਆਪ ਨਹੀਂ ਹੁੰਦੀ ਹੈ, ਸੇਵਾ ਵੀ ਆਪਣੇ ਆਪ ਨਹੀਂ ਹੁੰਦੀ ਹੈ। ਮੁਕਤ ਭੁਗਤ ਜੁਗਤ ਤੇਰੀ ਸੇਵਾ, ਜਿਸ ਤੂੰ ਆਪ ਕਰਾਏ। ਸੇਵਾ ਉਹ ਕਰਦਾ ਹੈ ਜਿਹਦੇ ਕੋਲੋਂ ਤੁਸੀਂ ਕਰਵਾਉਂਦੇ ਹੋ, ਆਪਣੇ ਆਪ ਸੇਵਾ ਵੀ ਨਹੀਂ ਹੁੰਦੀ ਹੈ। ਤੇ ਸਿਫਤ ਵੀ ਉਹ ਕਰਦਾ ਹੈ ਜਿਹਦੇ ਕੋਲੋਂ ਤੁਸੀਂ ਕਰਾਉਂਦੇ ਹੋ, ਆਪਣੇ ਆਪ ਸਿਫਤ ਵੀ ਨਹੀਂ ਹੁੰਦੀ। ਜਿਸ ਨੂੰ ਬਖਸ਼ੇ, ਜਿਹਨੂੰ ਬਖਸ਼ਦੇ ਹੋ ਆਪ ਤਰੁੱਠ ਕੇ ਵੀ ਆਹ ਪਿਆਰਾ ਹੈ ਮੇਰੀ ਸਿਫਤ ਕਰੇ। ਜਿਸ ਨੂੰ ਬਖਸ਼ੇ, ਜਿਹਨੂੰ ਬਖਸ਼ਦੇ ਹੋ, ਕੀ ਬਖਸ਼ਦੇ ਹੋ? ਸਿਫਤ ਸਲਾਹ, ਆਪਣੀ ਸਿਫਤ ਕਰਨੀ, ਆਪਣੀ ਵਡਿਆਈ ਕਰਨੀ ਜਿਹਨੂੰ ਬਖਸ਼ਦੇ ਹੋ। ਫਿਰ ਜਦੋਂ ਗੁਰਮੁਖ ਵਡਿਆਈ ਕਰਦਾ ਨਾ, ਤੇ ਪਾਤਸ਼ਾਹ ਕਹਿਣ ਲੱਗੇ ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਉਹ ਬਾਦਸ਼ਾਹਾਂ ਦਾ ਵੀ ਬਾਦਸ਼ਾਹ ਹੈ, ਰਾਜਿਆਂ ਨੂੰ ਵੀ ਰਾਜ ਦੇਣ ਵਾਲਾ ਹੈ। ਕੌਣ ਰਾਜ ਦੇਣ ਵਾਲਾ ਹੈ? ਜਿਸ ਨੂੰ ਤੁਸੀਂ ਆਪਣੀ ਸਿਫਤ ਬਖਸ਼ਿਸ਼ ਕਰਦੇ ਹੋ। ਜਿਸ ਨੂੰ ਸਾਚਾ ਸਿਫਤੀ ਲਾਏ, ਸੱਚਾ ਅਕਾਲ ਪੁਰਖ ਜਿਸ ਨੂੰ ਆਪਣੀ ਸਿਫਤ ਵਿੱਚ ਲਾਉਂਦਾ ਹੈ। ਗੁਰਮੁਖ ਵਿਰਲੇ ਕਿਸੈ 부ਝਾਏ। ਮਹਾਰਾਜ ਬਚਨ ਬਖਸ਼ਿਸ਼ ਕਰਦੇ ਕਹਿਣ ਲੱਗੇ ਭਾਈ ਜਿਹੜੇ ਗੁਰਮੁਖ ਨੇ, ਜਿਨ੍ਹਾਂ ਨੇ ਆਪਣਾ ਮੁਖ ਗੁਰੂ ਵੱਲ ਕੀਤਾ। ਗੁਰੂ ਵੱਲ ਮੁਖ ਕੀ ਕਰਨਾ ਹੈ? ਜਿਹੜਾ ਗੁਰੂ ਦੀ ਆਗਿਆ ਵਿੱਚ ਰਹਿਣਾ ਹਰ ਵੇਲੇ। ਜੋ ਤੁਧ ਭਾਵੈ ਸਾਈ ਭਲੀ ਕਰ। ਜਿਹੜਾ ਗੁਰੂ ਦੇ ਹੁਕਮ ਦੇ ਵਿੱਚ ਰਹਿਣਾ, ਕਹਿਣੇ ਵਿੱਚ ਰਹਿਣਾ, ਇਹ ਗੁਰਮੁਖਤਾਈ ਹੈ। ਪਰ ਕਹਿਣ ਲੱਗੇ ਗੁਰਮੁਖਤਾਈ ਕਿਸੇ ਵਿਰਲੇ ਨੂੰ ਪ੍ਰਾਪਤ ਹੋਈ ਹੈ। ਸੰਸਾਰੀ ਲੋਕਾਂ ਨੂੰ ਇਹ ਗੁਰਮੁਖਤਾਈ ਨਹੀਂ ਮਿਲੀ ਹੈ। ਸੰਸਾਰੀ ਲੋਕ ਕਹਿ ਸਕਦੇ ਵੀ ਮੈਂ ਗੁਰਮੁਖ ਹਾਂ, ਪਰ ਕਿਤੇ ਨਾ ਕਿਤੇ ਮਨਮਤ ਵਰਤਦੇ। ਕਹਿਣ ਲੱਗੇ ਗੁਰਮੁਖ ਵਿਰਲੇ ਕਿਸੇ 부ਝਾਏ। ਕਿਸੇ ਵਿਰਲੇ ਗੁਰਮੁਖ ਨੂੰ ਗੁਰਾਂ ਦੁਆਰਾ ਸਤਿਗੁਰੂ ਸੋਝੀ ਬਖਸ਼ਦੇ ਹਨ। ਅੰਮ੍ਰਿਤ ਕੀ ਸਾਰ ਸੋਈ ਜਾਣੈ, ਜੇ ਅੰਮ੍ਰਿਤ ਕਾ ਵਪਾਰੀ ਜੀਓ। ਪਾਤਸ਼ਾਹ ਕਹਿਣ ਲੱਗੇ ਭਾਈ ਬਚਨ ਇਹ ਹੈ
ਜੋ ਅੰਮ੍ਰਿਤ ਨਾਮ ਹੈ ਨਾ, ਉਹਦੀ ਸਾਰ ਨੂੰ ਸਾਰੇ ਨਹੀਂ ਜਾਣਦੇ। ਗੁਰਬਾਣੀ ਦਾ ਇੱਕ ਮਹਾਵਾਕ ਆਪਾਂ ਪੜ੍ਹਦੇ ਹਾਂ, ਗੁਣ ਕਾ ਗਾਹਕ ਜੇ ਮਿਲੇ ਤੋ ਗੁਣ ਲਾਖ ਵਕਾਏ। ਜੇ ਤੁਹਾਡੇ ਕੋਲ ਕੋਈ ਵਸਤੂ ਹੈ ਨਾ ਵੇਚਣ ਵਾਲੀ, ਤੇ ਉਹਨੂੰ ਲੈਣ ਦਾ ਕੋਈ ਅੱਗੇ ਗਾਹ ਖਲੋਤਾ ਜਿਹਨੂੰ ਉਸ ਵਸਤੂ ਦੀ ਕੀਮਤ ਦਾ ਪਤਾ ਹੈ, ਫਿਰ ਤੇ ਉਹ ਕੀਮਤ ਪਾਵੇਗਾ ਲੱਖਾਂ ਦੇ ਵਿੱਚ। ਤੇ ਜਿਹਨੂੰ ਨਹੀਂ ਪਤਾ ਉਹਨੇ ਕਹਿਣਾ ਵੀ ਨਹੀਂ ਇਹ ਤੇ ਫ੍ਰੀ ਦੇਣੀ ਹੈ ਤੇ ਦੇ ਦੇ, ਕਿਉਂਕਿ ਉਹਨੂੰ ਪਤਾ ਹੀ ਨਹੀਂ ਹੈ ਉਹਦੇ ਗੁਣ ਦਾ। ਆਪਾਂ ਇਹ ਕਈ ਵਾਰੀ ਸਾਖੀ ਸਰਵਣ ਕਰਦੇ ਹਾਂ ਵੀ ਮਹਾਰਾਜ ਜੀਆਂ ਨੇ ਇੱਕ ਲਾਲ ਦੇ ਕੇ ਭਾਈ ਮਰਦਾਨਾ ਜੀ ਨੂੰ ਆਖਿਆ ਸੀ ਨਾ, ਜਾਓ ਬਾਜ਼ਾਰ ਵਿੱਚ ਵੇਚ ਕੇ ਆਓ। ਕਿਸੇ ਨੇ ਆਖਿਆ 1 ਪੈਸਾ ਮਿਲੇਗਾ, ਕਿਸੇ ਨੇ ਆਖਿਆ 5 ਪੈਸੇ, ਕੋਈ ਆਖਦਾ 10 ਪੈਸੇ। ਹੁਣ ਕਾਰਨ ਇਹ ਹੈ ਵੀ ਲਾਲ ਹੈ ਤੇ ਬੜੀ ਕੀਮਤ ਵਾਲਾ, ਮਹਿੰਗਾ, ਪਰ ਜਿਨ੍ਹਾਂ ਕੋਲ ਉਹ ਵੇਚਣ ਚਲਾ ਗਿਆ ਉਹ ਗਾਹਕ ਹੀ ਨਹੀਂ, ਉਹਨਾਂ ਨੂੰ ਪਤਾ ਹੀ ਨਹੀਂ, ਉਹ ਕੱਚ ਦਾ ਟੁਕੜਾ ਹੀ ਸਮਝੀ ਬੈਠੇ। ਥੱਕ ਹਾਰ ਕੇ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਇਹ ਤਾਂ ਦਿੰਦਾ ਹੀ ਕੋਈ ਨਹੀਂ, ਕੁਝ ਪੈਸੇ 5 ਪੈਸੇ 10 ਪੈਸੇ, ਪਰ ਮੈਂ ਤੇ ਆਪਣੇ ਬਜ਼ੁਰਗਾਂ ਤੋਂ ਸੁਣਿਆ ਵੀ ਲਾਲ ਦੀ ਕੀਮਤ ਬੜੀ ਹੁੰਦੀ ਹੈ। ਸਤਿਗੁਰੂ ਕਹਿੰਦੇ ਫਿਰ ਸਾਲਸਰਾਏ ਦੇ ਕੋਲ ਜਾ। ਉਹਦੇ ਕੋਲ ਗਿਆ, ਉਹਨੇ ਜਾਂਦਿਆਂ ਹੀ ਪੈਸੇ ਰੱਖ ਕੇ, ਕਈਆਂ ਨੇ ਲਿਖਿਆ ਵੀ 100 ਰੁਪਈਆ, ਕਹਿੰਦਾ ਕਈਆਂ ਨੇ ਲਿਖਿਆ ਵੀ 1000 ਰੁਪਈਆ ਰੱਖ ਕੇ ਉਹਨੇ ਨਮਸਕਾਰ ਹੀ ਕੀਤੀ ਹੈ। ਭਾਈ ਮਰਦਾਨਾ ਜੀ ਕਹਿੰਦੇ ਵੀ ਇਹ ਕੀਮਤ ਹੈ। ਕਹਿਣ ਲੱਗਾ ਨਹੀਂ, ਕੀਮਤ ਮੈਂ ਨਹੀਂ ਦੇ ਸਕਦਾ, ਇਹ ਦਰਸ਼ਨੀ ਭੇਟਾ ਹੈ। ਬਚਨ ਇਹ ਹੈ, ਹੀਰੇ ਦੀ ਕੀਮਤ ਸਾਰੇ ਨਹੀਂ ਜਾਣ ਸਕਦੇ। ਉਸੇ ਹੀਰੇ ਦੀ ਕੀਮਤ ਲੋਕੀ 5 ਪੈਸੇ ਲਾਉਂਦੇ ਪਏ, ਉਸੇ ਹੀਰੇ ਦੀ ਕੀਮਤ ਸਾਲਸਰਾਏ ਨੇ 1000 ਰੁਪਈਆ ਰੱਖ ਕੇ ਮੱਥਾ ਹੀ ਟੇਕ ਦਿੱਤਾ। ਤੇ ਅੱਗੋਂ ਇਹ ਵੀ ਗੱਲ ਕਹਿੰਦਾ ਵੀ ਮੈਂ ਕੀਮਤ ਦੇ ਵੀ ਨਹੀਂ ਸਕਦਾ, ਇੰਨਾ ਮਹਿੰਗੇ ਮੁੱਲ ਵਾਲਾ ਹੈ। ਮਹਾਰਾਜ ਕਹਿਣ ਲੱਗੇ ਅੰਮ੍ਰਿਤ ਕੀ ਸਾਰ ਸੋਈ ਜਾਣੈ। ਇਹ ਜਿਹੜਾ ਨਾਮ ਅੰਮ੍ਰਿਤ ਹੈ ਨਾ, ਆਪਾਂ ਕਿਸੇ ਨੂੰ ਕਹਿ ਦਈਏ ਨਾ ਵੀ ਚੱਲ ਭਾਈ ਆਹ ਨਾਮ ਜਪੀਏ ਬੇਟੇ, ਉਹ ਕਹਿੰਦਾ ਵੇਲਿਆਂ ਦਾ ਕੰਮ ਹੈ, ਮੇਰੇ ਕੋਲ ਥੋੜ੍ਹੀ ਇੰਨਾ ਟਾਈਮ। ਉਹਦਾ ਕਾਰਨ ਇਹ ਹੈ ਵੀ ਉਹਨੂੰ ਸਾਰ ਨਹੀਂ ਹੈ ਵੀ ਅੰਮ੍ਰਿਤ ਨਾਮ ਹੈ ਕੀ ਚੀਜ਼ ਹੈ, ਉਹ ਵੇਲਿਆਂ ਦਾ ਕੰਮ ਹੀ ਸਮਝਦਾ ਹੈ। ਜਿਵੇਂ ਉਹਨਾਂ ਲੋਕਾਂ ਨੇ ਆਖਿਆ ਸੀ ਭਾਈ ਮਰਦਾਨਿਆਂ 5 ਪੈਸੇ ਲੈ ਲਾ, ਲੈਣੇ ਇਸ ਪੱਥਰ ਦੇ, ਇਹਦੇ ਵਿੱਚ ਕੁਝ ਨਹੀਂ ਹੋਏਗਾ। ਸਾਡੇ ਵਰਗੇ ਸੰਸਾਰੀ ਆਖਦੇ ਸਾਡੇ ਕੋਲ ਟਾਈਮ ਹੀ ਨਹੀਂ ਹੈਗਾ, ਇਹ ਤੇ ਵਿਹਲਿਆਂ ਦਾ ਕੰਮ ਹੈ। ਪਰ ਪਾਤਸ਼ਾਹ ਕਹਿਣ ਲੱਗੇ ਇਸ ਅੰਮ੍ਰਿਤ ਨਾਮ ਦੀ ਸਾਰ ਕੋਈ ਵਿਰਲਾ ਜਾਣਦਾ ਹੈ। ਕੌਣ ਜਾਣਦਾ ਹੈ? ਜੇ ਅੰਮ੍ਰਿਤ ਕਾ ਵਪਾਰੀ ਜੀਓ, ਜਿਹੜਾ ਵਪਾਰੀ ਬਣਿਆ ਹੈ, ਜਿਹਨੂੰ ਪਤਾ ਹੈ ਵੀ ਮੈਂ ਇਹ ਚੀਜ਼ ਖਰੀਦਣੀ ਹੈ। ਉਹਨਾਂ ਨੇ ਫਿਰ ਆਖਿਆ ਮਨ ਦੇ ਰਾਮ ਲਿਆ ਹੈ ਮੋਲ, ਜੇ ਮੈਨੂੰ ਆਪਣਾ ਮਨ ਵੀ ਦੇ ਕੇ ਰੱਬ ਦਾ ਨਾਮ ਮਿਲੇ ਤੇ ਸਸਤਾ ਹੈ। ਕੋਈ ਜਨ ਹਰ ਸਿਉ ਦੇਵੈ ਜੋਰ, ਚਰਨ ਗਹੋਂ ਬਕੋਂ ਸੁਭ ਰਸਨਾ ਦੀਜੈ। ਪ੍ਰਾਨ ਅਕੋਰ, ਜਿਨ੍ਹਾਂ ਨੂੰ ਸੋਝੀ ਪਈ ਹੈ ਉਹ ਤੇ ਆਪਣੀ ਜਾਨ ਵੀ ਭੇਟਾ ਵਿੱਚ ਰੱਖਣ ਨੂੰ ਤਿਆਰ ਹੈ। ਪਰ ਬਚਨ ਗੁਰਮੁਖੋ ਫਿਰ ਉਹੀ ਹੈ ਵੀ ਜਿਹਨੂੰ ਸੋਝੀ ਪਈ ਹੈ, ਸੋਝੀ ਵਾਲਾ ਨਾਮ ਅੰਮ੍ਰਿਤ ਦੀ ਕੀਮਤ ਨੂੰ ਜਾਣਦਾ ਹੈ। ਮਹਾਰਾਜ ਕਹਿਣ ਲੱਗੇ ਅੰਮ੍ਰਿਤ ਕਾ ਵਪਾਰੀ ਜੀਓ, ਜੋ ਨਾਮ ਅੰਮ੍ਰਿਤ ਦਾ ਵਪਾਰੀ ਗ੍ਰਾਹਕ ਬਣਿਆ ਉਹ ਜਾਣਦਾ ਹੈ। ਫਿਰ ਸੇਤੀ ਤਨ ਪ੍ਰੇਮ ਰਚਾਏ। ਮਹਾਰਾਜ ਰਹਾਉ ਬਖਸ਼ਿਸ਼ ਕਰਦੇ। ਰਹਾਉ ਤੋਂ ਭਾਵ ਹੁੰਦਾ ਵੀ ਇਹਨਾਂ ਪੰਕਤੀਆਂ ਦੇ ਉਪਦੇਸ਼ ਨੂੰ ਭਾਈ ਆਪਣੇ ਹਿਰਦੇ ਵਿੱਚ ਰੌਣਾ ਕਰ, ਬੀਜਣਾ ਕਰ, ਕਮਾਈ ਕਰ। ਤੇ ਪਾਤਸ਼ਾਹ ਫਰਮਾਉਂਦੇ ਹਨ ਫਿਰ ਸੇਤੀ ਤਨ ਪ੍ਰੇਮ ਰਚਾਏ। ਗੁਰਮੁਖੋ ਧਨ ਨਾਮ ਇੱਥੇ ਜੀਵ ਇਸਤਰੀ ਦਾ ਹੈ। ਪਾਤਸ਼ਾਹ ਕਹਿਣ ਲੱਗੇ ਜਿਹੜੀ ਜੀਵ ਇਸਤਰੀ ਆਪਣੇ ਪਤੀ ਪ੍ਰਮਾਤਮਾ ਦੇ ਨਾਲ ਪ੍ਰੇਮ ਰਚਾਏ, ਜਿਹੜੀ ਪ੍ਰੇਮ ਨੂੰ ਰਚਾਉਂਦੀ ਹੈ, ਪ੍ਰੇਮ ਕਰਦੀ ਹੈ ਆਪਣੇ ਪਤੀ ਦੇ ਨਾਲ, ਐਸੀ ਜਿਹੜੀ ਜੀਵ ਇਸਤਰੀ ਹੈ। ਗੁਰ ਕਾ ਸ਼ਬਦ ਤਥਾ ਚਿਤ ਲਾਏ। ਉਹ ਫਿਰ ਜਿਹੜੀ ਜੀਵ ਇਸਤਰੀ ਹੈ ਗੁਰਮੁਖੋ, ਗੁਰੂ ਉਪਦੇਸ਼ ਦੇ ਨਾਲ ਆਪਣਾ ਚਿੱਤ ਲਗਾਉਂਦੀ ਹੈ। ਗੁਰੂ ਦਾ ਉਪਦੇਸ਼ ਸੁਣਿਆ, ਫਿਰ ਮੰਨਿਆ ਹੈ, ਫਿਰ ਭੈ ਵੀ ਰੱਖਿਆ ਤੇ ਕਮਾਈ ਵੀ ਕੀਤੀ। ਸੁਣਿਆ, ਮੰਨਿਆ, ਮਨ ਕੀਤਾ ਭਾਉ। ਗੁਰੂ ਦਾ ਉਪਦੇਸ਼ ਸੁਣਿਆ ਵੀ ਹੈ, ਫਿਰ ਮੰਨਣ ਵੀ ਕੀਤਾ, ਫਿਰ ਉਸ ਦੀ ਕਮਾਈ ਵੀ ਕੀਤੀ ਹੈ। ਪਾਤਸ਼ਾਹ ਕਹਿਣ ਲੱਗੇ ਗੁਰ ਕੈ ਸ਼ਬਦ ਤਥਾ ਚਿਤ ਲਾਏ। ਜਿਹੜੇ ਗੁਰੂ ਪਿਆਰੇ ਨੇ ਉਹ ਗੁਰੂ ਦੇ ਸ਼ਬਦ ਨਾਲ ਆਪਣਾ ਚਿੱਤ ਲਾਉਂਦੇ ਹਨ। ਸਹਿਜ ਸੇਤੀ ਤਨ ਖਰੀ ਸੁਹੇਲੀ, ਤ੍ਰਿਸ਼ਨਾ ਤਿਖਾ ਨਿਵਾਰੀ ਜੀਓ। ਸਤਿਗੁਰੂ ਬਚਨ ਬਖਸ਼ਿਸ਼ ਕਰਦੇ। ਕਹਿਣ ਲੱਗੇ ਕਿ ਜਿਹੜੀ ਧਨ ਜੀਵ ਇਸਤਰੀ ਹੈ, ਤੇ ਜੀਵ ਇਸਤਰੀ ਨੇ ਸਹਿਜ ਸੇਤੀ ਗਿਆਨ ਦੇ ਸਮੇਤ ਹੋਣਾ ਕੀਤਾ। ਸਹਿਜ ਨਾਮ ਗਿਆਨ ਦਾ ਹੈ। ਜਿਹੜੀਆਂ ਜੀਵ ਇਸਤਰੀਆਂ ਨੇ ਗਿਆਨ ਦੇ ਸਮੇਤ ਹੋਣਾ ਕੀਤਾ ਹੈ,
ਤ੍ਰਿਸ਼ਨਾ ਤਿਖਾ ਨਿਵਾਰੀ, ਪਦਾਰਥਾਂ ਦੀ ਤ੍ਰਿਸ਼ਨਾ ਬੁਝ ਗਈ, ਮਾਇਆ ਦੀ ਤ੍ਰਿਸ਼ਨਾ ਬੁਝ ਗਈ ਹੈ ਤੇ ਪਦਾਰਥਾਂ ਦੀ ਪਿਆਸ ਬੁਝ ਗਈ। ਉਹਨਾਂ ਗੁਰਮੁਖਾਂ ਦੀ ਪਦਾਰਥਾਂ ਦੀ ਪਿਆਸ ਨਹੀਂ ਰਹਿ ਗਈ ਹੈ। ਜਿਵੇਂ ਸੰਸਾਰੀ ਲੋਕ ਪਦਾਰਥਾਂ ਨੂੰ ਇਕੱਠਾ ਕਰਦੇ ਨੇ, ਇੱਕ ਵਸਤੂ ਲਿਆਂਦੀ ਹੁਣ ਦੂਜੀ ਵੀ ਲੈ ਕੇ ਆਈਏ, ਤੀਜੀ ਵੀ ਲੈ ਕੇ ਆਈਏ। ਜਿਹੜੇ ਮਹਾਤਮਾ ਨੇ ਉਹਨਾਂ ਨੂੰ ਸੰਸਾਰੀ ਪਦਾਰਥਾਂ ਦੀ ਇੱਛਾ ਨਹੀਂ ਰਹਿ ਜਾਂਦੀ, ਪਿਆਸਾ ਬੁਝੀ ਜਾਂਦੀ ਹੈ। ਇਤਿਹਾਸ ਵਿੱਚ ਬਚਨ ਆਉਂਦਾ ਵੀ ਬਾਬਾ ਬੁੱਢਾ ਸਾਹਿਬ ਦੀ ਕੁਲ ਦੇ ਵਿੱਚ ਹੋਏ ਬਾਬਾ ਰਾਮ ਕੋਇਰ ਜੀ, ਤੇ ਲਾਹੌਰ ਦਾ ਸੂਬੇਦਾਰ ਨਾ ਉਹਨਾਂ ਦਾ ਘਰ ਲੁੱਟ ਕੇ ਲੈ ਗਿਆ। ਸੂਬੇਦਾਰ ਆਪ ਤੇ ਨਹੀਂ ਆਇਆ, ਫੌਜ ਭੇਜੀ, ਜਰਨੈਲ ਭੇਜੇ, ਜਾਓ ਪਿੰਡਾਂ ਦੇ ਪਿੰਡ ਲੁੱਟ ਕੇ ਲਿਆਓ। ਤੇ ਉਹ ਪਿੰਡ ਆ ਕੇ, ਬਾਬਾ ਜੀ ਦਾ ਪਿੰਡ ਸੀ ਰਮਦਾਸਪੁਰਾ, ਉੱਥੇ ਆ ਕੇ ਪਿੰਡ ਲੁੱਟ ਲਿਆ, ਬਾਬਾ ਜੀ ਦਾ ਘਰ ਵੀ ਲੁੱਟ ਕੇ ਲੈ ਗਿਆ। ਜਦੋਂ ਨਵਾਬ ਨੇ ਪੁੱਛਿਆ ਨਾ ਵੀ ਕਿਹੜੇ ਕਿਹੜੇ ਪਿੰਡ ਦੀ ਲੁੱਟ ਕਿਵੇਂ ਕਿਵੇਂ ਕੀਤੀ, ਉਹਨਾਂ ਦੱਸਿਆ ਫੌਜਦਾਰਾਂ ਨੇ, ਤੇ ਬਾਬਾ ਜੀ ਦੇ ਪਿੰਡ ਦਾ ਨਾਮ ਲਿਆ, ਰਮਦਾਸਪੁਰੇ ਦਾ। ਤੇ ਉਸ ਵੇਲੇ ਬਚਨ ਆਇਆ, ਉਸ ਨੇ ਕਿਹਾ, ਲਾਹੌਰ ਦੇ ਸੂਬੇਦਾਰ ਨੇ ਕਹਿਣ ਲੱਗਾ ਜੀ ਉਹ ਤੇ ਬੜੇ ਮਹਾਤਮਾ ਨੇ, ਉਹ ਘਰ ਨਹੀਂ ਸੀ ਲੁੱਟਣਾ ਉਹਨਾਂ ਦਾ। ਤੇ ਉਸ ਵੇਲੇ ਫਿਰ ਉਹਨਾਂ ਨੇ ਕੀ ਕੀਤਾ, ਬਾਬਾ ਜੀ ਦੇ ਕੋਲੋਂ ਆ ਕੇ ਮਾਫੀ ਮੰਗੀ ਹੈ। ਕਹਿਣ ਲੱਗੇ ਜੀ ਜਿਹੜੀ ਤੁਹਾਡਾ ਸਮਾਨ ਗਿਆ ਨਾ ਅਸੀਂ ਵਾਪਸ ਕਰ ਦਿੰਦੇ। ਨੇਤਰ ਖੋਲ ਕੇ ਆਖਦੇ, ਕਹਿੰਦੇ ਸਾਡਾ ਤੇ ਗਿਆ ਹੀ ਕੁਝ ਨਹੀਂ ਹੈ। ਉਹ ਫਿਰ ਸੂਬੇਦਾਰ ਕਹਿਣ ਲੱਗਾ ਜੀ ਨਹੀਂ ਗਿਆ ਹੈ, ਮੇਰੇ ਸਿਪਾਹੀਆਂ ਨੇ ਦੱਸਿਆ ਵੀ ਗਿਆ ਹੈ, ਵੀ ਲੈ ਗਿਆ ਲੁੱਟ ਕੇ, ਗਲਤੀ ਨਾਲ ਲੈ ਗਿਆ, ਮਾਫ ਕਰ ਦਿਓ। ਅੱਖਾਂ ਖੋਲੀਆਂ, ਸਾਹਮਣੇ ਬਾਜ ਰੱਖੇ ਸਨ, ਤੇ ਉਹ ਬਾਜ ਜਿਹੜੇ ਸਨ ਰੁੱਖ ਦੇ ਟਾਹਣੇ ਤੇ ਅੱਡੇ ਤੇ ਬੈਠ ਜਾਂਦੇ ਸਨ, ਪਰ ਬਾਜ ਉੱਥੇ ਨਹੀਂ। ਸੁਭਾਵਿਕ ਕਹਿੰਦੇ ਬਾਕੀ ਤੇ ਪਤਾ ਨਹੀਂ, ਪਰ ਉਹ ਸਾਹਮਣੇ ਬਾਜ ਨਹੀਂ ਦਿਸਦੇ, ਸ਼ਾਇਦ ਉਹ ਨਾ ਲੈ ਗਏ। ਸੂਬੇਦਾਰ ਨੇ ਜਾਣਿਆ ਵੀ ਇਹ ਤੇ ਵਿਰਕਤ ਨੇ, ਇਹਨਾਂ ਨੂੰ ਤੇ ਸੰਸਾਰ ਦੇ ਪਦਾਰਥਾਂ ਦਾ ਮੋਹ ਹੀ ਨਹੀਂ ਹੈ। ਮਹਾਰਾਜ ਕਹਿਣ ਲੱਗੇ ਤ੍ਰਿਸ਼ਨਾ ਤਿਖਾ ਨਿਵਾਰੀ ਜੀਓ, ਜਿਨ੍ਹਾਂ ਦੀ ਪਦਾਰਥਾਂ ਦੀ ਪਿਆਸ ਬੁਝ ਗਈ ਹੈ ਨਾ, ਉਹ ਪਦਾਰਥ ਚਲੇ ਜਾਣ ਕਰਕੇ ਮੋਹ ਨਹੀਂ ਕਰਦੇ। ਤੇ ਤ੍ਰਿਸ਼ਨਾ ਨਾਮ ਮਾਇਆ ਦੀ ਤ੍ਰਿਸ਼ਨਾ, ਜਿਨ੍ਹਾਂ ਦੀ ਇਹ ਵੀ ਮਿਟ ਜਾਂਦੀ ਹੈ, ਉਹ ਫਿਰ ਜੀਵ ਇਸਤਰੀ ਖਰੀ ਸੁਹੇਲੀ, ਖਰੀ ਸੁਹੇਲੀ ਕਹੀਏ ਚੰਗੇ ਗੁਣਾਂ ਦੇ ਸਮੇਤ ਹੋ ਜਾਂਦੀ ਹੈ, ਖਰੀ ਹੋ ਜਾਂਦੀ ਹੈ। ਸਹਿਸਾ ਤੋੜੇ ਭਰਮ ਚੁਕਾਏ। ਮਹਾਰਾਜ ਕਹਿਣ ਲੱਗੇ ਭਾਈ ਜਿਨ੍ਹਾਂ ਦੇ ਸਹਿਸੇ ਟੁੱਟ ਗਏ, ਸਹਿਸੇ ਜਿਉ ਮਲੀਨ ਹੈ, ਜਿੰਨਾ ਚਿਰ ਮਨ ਵਿੱਚ ਸਹਿਸਾ ਹੈ ਉਹਨਾਂ ਚਿਰ ਮਨ ਵੀ ਮੈਲਾ ਹੈ। ਸਹਿਸੇ ਜਿਉ ਮਲੀਨ ਹੈ, ਕਿਤ ਸੰਜਮ ਧੋਤਾ ਚਾਹੇ, ਕਿਸ ਤਰੀਕੇ ਨਾਲ ਇਸ ਮੈਲੇ ਮਨ ਨੂੰ ਧੋਤਾ ਜਾਵੇ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਉਹਦਾ ਵੀ ਇੱਕ ਤਰੀਕਾ ਹੈ, ਬਖਸ਼ਿਸ਼ ਕਰਦੇ। ਸਹਿਸਾ ਤੋੜੇ, ਗੁਰੂ ਦੀ ਸ਼ਰਨ ਵਿੱਚ ਆ ਕੇ ਆਪਣੇ ਸਾਰੇ ਸੰਸੇ ਤੋੜ ਲਵੇ, ਸੰਸਾ ਕੋਈ ਨਾ ਰੱਖੇ, ਤੇ ਭਰਮ ਚੁਕਾਏ, ਆਪਣੇ ਭਰਮ ਖਤਮ ਕਰ ਲਵੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਕੋਲ ਇੱਕ ਵਿਅਕਤੀ ਆ ਗਿਆ ਨਾ, ਵੇਖਦਾ ਵੀ ਸਿੰਘ ਬੜੇ ਭੁੱਖੇ ਨੇ, ਅਨਾਜ ਨਹੀਂ ਖਾਣ ਵਾਸਤੇ, ਆਪਣੇ ਕੋਲੋਂ ਇੱਕ ਉਸਨੇ ਪਾਰਸ ਕੱਢ ਕੇ ਮਹਾਰਾਜ ਨੂੰ ਭੇਟ ਕੀਤਾ ਵੀ ਸਤਿਗੁਰੂ ਇਹਦੀ ਵਰਤੋਂ ਕਰਨਗੇ ਔਰ ਪਦਾਰਥ ਵਗੈਰਾ ਖਰੀਦ ਲੈਣਗੇ। ਸਤਿਗੁਰਾਂ ਨੇ ਪਾਰਸ ਵੱਲ ਮਾੜਾ ਜਿਹਾ ਧਿਆਨ ਦੇ ਕੇ ਤੇ ਚੁੱਕ ਕੇ ਪਾਣੀ 'ਚ ਸੁੱਟਿਆ। ਸਿੱਖ ਦੇ ਮਨ ਵਿੱਚ ਭਰਮ ਪੈਦਾ ਹੋ ਗਿਆ, ਕਹਿਣ ਲੱਗਾ ਗੁਰੂ ਨੂੰ ਪਾਰਸ ਦਾ ਪਤਾ ਹੀ ਨਹੀਂ ਹੈ। ਗੁਣ ਦੱਸਣ ਲੱਗ ਪਿਆ, ਮਹਾਰਾਜ ਇਹਦੇ ਨਾਲ ਸੋਨਾ ਬਣ ਜਾਂਦਾ ਹੈ, ਫਿਰ ਸੋਨੇ ਤੋਂ ਅੱਗੇ ਮਾਇਆ ਬਣ ਜਾਂਦੀ ਹੈ, ਫਿਰ ਆਪਾਂ ਜੋ ਮਰਜ਼ੀ ਖਰੀਦ ਸਕਦੇ। ਮਹਾਰਾਜ ਕਹਿਣ ਲੱਗੇ ਉਹ ਭਾਈ ਭਲਿਆ, ਗੁਰੂ ਦਾ ਤੇ ਸਰੀਰ ਹੀ ਪਾਰਸ ਹੈ, ਗੁਰੂ ਨੂੰ ਇਹਨਾਂ ਪੱਥਰ ਦੇ ਵੱਟਿਆਂ ਦੀ ਕੀ ਲੋੜ ਹੈ। ਮਨ ਵਿੱਚ ਸੋਚਦਾ, ਮਨ ਦਾ ਭਰਮ ਨਹੀਂ ਨਾ ਜਾਂਦਾ, ਸ਼ੰਕਾ ਨਹੀਂ ਜਾਂਦਾ। ਕਹਿਣ ਲੱਗਾ ਮੈਂ ਕਿਵੇਂ ਮੰਨਾਂ ਵੀ ਗੁਰੂ ਦਾ ਸਰੀਰ ਪਾਰਸ ਹੈ। ਸਤਿਗੁਰੂ ਜਾਣ ਬੁੱਝ ਕੇ ਇਹਦੇ ਮਨ ਦਾ ਸ਼ੰਕਾ ਦੂਰ ਕਰਨ ਵਾਸਤੇ ਉੱਠ ਪਏ ਦਰਬਾਰ 'ਚੋਂ। ਕਹਿੰਦੇ ਭਾਈ ਅਸੀਂ ਬਾਥਰੂਮ ਦੀ ਕਿਰਿਆ ਚੱਲੇ ਹਾਂ, ਤੇ ਮਹਾਰਾਜ ਨੇ ਬਾਥਰੂਮ ਦੀ ਕਿਰਿਆ ਕਰਨ ਤੋਂ ਬਾਅਦ ਵਿੱਚ ਉਸੇ ਸਿੱਖ ਨੂੰ ਆਵਾਜ਼ ਮਾਰ ਕੇ ਆਖਿਆ, ਕਹਿਣ ਲੱਗੇ ਲਿਆ ਜਲ ਭਾਈ, ਹੱਥ ਧੋਈਏ। ਜਿਹਨੇ ਪਾਰਸ ਭੇਟ ਕੀਤਾ ਨਾ, ਜਦੋਂ ਜਲ ਦਾ ਗੜਵਾ ਲੈ ਕੇ ਗਿਆ, ਹੱਥ ਧੋਣ ਲੱਗਾ, ਜਿੱਥੇ ਜਿੱਥੇ ਮਹਾਰਾਜ ਦੇ ਹਸਤ ਕਮਲਾਂ ਨੂੰ ਜਲ ਲਾ ਕੇ ਥੱਲੇ ਧਰਤੀ ਤੇ ਡੁੱਲਿਆ ਨਾ, ਤੇ ਸਿੱਖ ਕੀ ਵੇਖਦਾ ਪਿਆ, ਸਾਰੀ ਧਰਤੀ ਸੋਨੇ ਦੀ ਬਣੀ ਹੋਈ ਹੈ। ਮਨ ਦਾ ਸ਼ੰਕਾ ਦੂਰ ਕਰਨ ਵਾਸਤੇ ਵੀ ਗੁਰੂ ਦਾ ਸਰੀਰ ਹੀ ਪਾਰਸ ਹੈ, ਗੁਰੂ ਚਾਹਵੇ ਤੇ ਮਿੱਟੀ ਨੂੰ ਸੋਨਾ ਕਰ ਦਿੰਦਾ। ਇਸ ਤਰ੍ਹਾਂ ਮਹਾਰਾਜ ਨੇ ਸਿੱਖ ਦੇ ਭਰਮ ਨੂੰ ਦੂਰ ਕੀਤਾ। ਪਾਤਸ਼ਾਹ ਕਹਿਣ ਲੱਗੇ ਬਚਨ ਇਹ ਹੈ, ਸਹਿਸਾ ਤੋੜੇ ਭਰਮ ਚੁਕਾਏ, ਗੁਰੂ ਦੀ ਸ਼ਰਨ ਵਿੱਚ ਆ ਕੇ ਭਰਮ ਛੱਡ ਦੇਵੇ ਤੇ ਸੰਸਿਆਂ ਨੂੰ ਤੋੜ ਦੇਣਾ ਕਰੇ। ਸਹਜੇ ਸਿਫਤੀ
ਧਨਖ ਚੜਾਏ। ਕਹਿਣ ਲੱਗੇ ਸੁਭਾਵਕ ਹੀ ਪ੍ਰਮਾਤਮਾ ਦੀ ਜਿਹੜੀ ਸਿਫਤ ਕਰਨੀ ਹੈ, ਇਹ ਸਿਫਤ ਕਰਨ ਰੂਪੀ ਧਨੁਖ ਨੂੰ ਚੜਾਉਣਾ ਕਰੇ। ਜਿਵੇਂ ਸੂਰਮੇ ਜੰਗ ਮੈਦਾਨ ਦੇ ਵਿੱਚ ਧਨੁਖ ਦਾ ਚਿੱਲਾ ਚੜਾਉਂਦੇ ਨਾ, ਤੇ ਫਿਰ ਉਹਦੇ ਵਿੱਚ ਤੀਰ ਚੜਾ ਕੇ ਚਲਾਉਂਦੇ। ਕਹਿਣ ਲੱਗੇ ਪ੍ਰਮਾਤਮਾ ਦੀ ਸਿਫਤ ਕਰਨੀ, ਇਹ ਧਨੁਖ ਦਾ ਚਿੱਲਾ ਹੀ ਚੜਾਉਣਾ, ਤੀਰ ਚੜਾਉਣਾ ਹੈ। ਪਰਮਾਤਮਾ ਦੀ ਸਿਫਤ ਰੂਪੀ ਧਨੁਖ ਨੂੰ ਚੜਾਉਣਾ ਕਰਨਾ ਕਰੇ। ਗੁਰ ਕੈ ਸ਼ਬਦ ਮਰੇ ਮਨ ਮਾਰੇ। ਮਹਾਰਾਜ ਕਹਿਣ ਲੱਗੇ ਗੁਰੂ ਦੇ ਸ਼ਬਦ ਉਪਦੇਸ਼ ਦੁਆਰਾ ਜੀਵਤ ਭਾਵ ਤੋਂ ਜਿਹੜਾ ਮਰ ਜਾਂਦਾ ਹੈ, ਇਸ ਤਰ੍ਹਾਂ ਆਪਣੇ ਮਨ ਨੂੰ ਮਾਰ ਲਵੇ। ਜਿਵੇਂ ਕੋਈ ਵਿਅਕਤੀ ਅੰਮ੍ਰਿਤ ਛਕ ਲੈਂਦਾ, ਗੁਰੂ ਵਾਲਾ ਬਣ ਜਾਂਦਾ, ਉਹਦੇ ਦੋਸਤ ਮਿੱਤਰ ਆਖਦੇ ਵੀ ਕੱਲ ਤੂੰ ਸਾਡੇ ਨਾਲ ਪੀਂਦਾ ਖਾਂਦਾ ਸੀ, ਅੱਜ ਕੀ ਹੋ ਗਿਆ? ਕਹਿਣ ਲੱਗਾ ਜੀ ਅੱਜ ਮੈਂ ਗੁਰੂ ਵਾਲਾ ਬਣ ਗਿਆ, ਮੈਂ ਅੰਮ੍ਰਿਤ ਛਕ ਲਿਆ। ਕਹਿਣ ਲੱਗੇ ਚਲੋ ਕੋਈ ਗੱਲ ਨਹੀਂ, ਆ ਫੜ ਗਲਾਸੀ, ਥੋੜਾ ਜਿਹਾ ਸਾਡੇ ਨਾਲ ਵੀ ਮਨੋਰੰਜਨ ਹੋਣਾ ਚਾਹੀਦਾ ਸੀ, ਤੇਰੇ ਦੋਸਤ ਹੋਏ ਨਾ, ਮਿੱਤਰ ਹੋਏ। ਅੱਗੋਂ ਆਖਦਾ ਨਹੀਂ ਦੋਸਤ ਠੀਕ, ਆਪਾਂ ਦੋਸਤ ਹਾਂ, ਪਰ ਇਹ ਕੰਮ ਹੁਣ ਮੈਂ ਕਰਨਾ ਨਹੀਂ ਹੈ। ਫਿਰ ਦੋਸਤ ਹੋਰ ਉੱਤੇ ਦਬਾਅ ਪਾਉਂਦੇ, ਕਹਿਣ ਲੱਗੇ ਫਿਰ ਅਸੀਂ ਤੇਰੇ ਵੱਲੋਂ ਮਰ ਗਏ, ਤੂੰ ਸਾਡੇ ਵੱਲੋਂ ਮਰ ਗਿਆ, ਜੇ ਸਾਡੀ ਕਹਿਣੀ ਨਹੀਂ ਮੰਨੇ। ਤੇ ਫਿਰ ਅੱਗੋਂ ਜਵਾਬ ਦਿੰਦਾ, ਕਹਿਣ ਲੱਗਾ ਠੀਕ ਹੈ, ਜੇ ਤੁਸੀਂ ਇਹ ਸਮਝਣਾ ਤੇ ਉਹੀ ਹੀ ਸਮਝ ਲਓ, ਮੈਂ ਤੁਹਾਡੇ ਵੱਲੋਂ, ਤੁਸੀਂ ਮੇਰੇ ਵੱਲੋਂ, ਆਪਾਂ ਮਰ ਗਿਆ ਦੋਨੇ ਇੱਕ ਦੂਜੇ ਵੱਲੋਂ। ਪਰ ਜਿਹੜਾ ਤੁਸੀਂ ਇਹ ਮੈਨੂੰ ਨਸ਼ਾ ਕਰਨ ਵਾਸਤੇ ਕਹਿ ਰਹੇ ਹੋ, ਇਹ ਨਹੀਂ ਮੈਂ ਕਰਨਾ, ਮੈਂ ਗੁਰੂ ਵਾਲਾ ਬਣ ਗਿਆ। ਇਹਨੂੰ ਕਹਿੰਦੇ ਜੀਵਤ ਭਾਵ ਤੋਂ ਮਰ ਜਾਣਾ। ਉਹਨਾਂ ਵਾਸਤੇ, ਦੋਸਤਾਂ ਵਾਸਤੇ ਉਹ ਜਿਉਂਦਾ ਮਰ ਗਿਆ, ਕਿਉਂਕਿ ਉਹਨੇ ਕਹਿਣਾ ਨਹੀਂ ਮੰਨਿਆ। ਪਾਤਸ਼ਾਹ ਬਚਨ ਬਖਸ਼ਿਸ਼ ਕਰਦੇ, ਕਹਿਣ ਲੱਗੇ ਗੁਰ ਕੈ ਸ਼ਬਦ ਮਰੈ ਮਨ ਮਾਰੇ। ਗੁਰੂ ਦੇ ਸ਼ਬਦ ਨਾਲ ਇਹ ਜਿਹੜਾ ਮਨ ਮੰਨਦਾ ਨਹੀਂ ਨਾ, ਇਹਨੂੰ ਗੁਰੂ ਦਾ ਸ਼ਬਦ ਮੰਨ ਕੇ ਇਸ ਮਨ ਨੂੰ ਮਾਰ ਲਵੇ। ਮਨ ਕਦੇ ਵਾਸਤੇ ਕੋਈ ਫੁਰਨਾ ਕਹਿਣ ਵਾਸਤੇ, ਕਹਿਣ ਵਾਸਤੇ ਰਹਿ ਨਾ ਜਾਣਾ ਕਰੇ। ਸੁੰਦਰ ਜੋਗਾ ਧਾਰੀ ਜੀਓ। ਪਾਤਸ਼ਾਹ ਕਹਿਣ ਲੱਗੇ ਉਹ ਸੁੰਦਰ ਹੈ ਜਿਹੜਾ ਭਗਤੀ ਯੋਗ ਨੂੰ ਧਾਰਨ ਕਰਦਾ ਹੈ। ਭਗਤੀ ਯੋਗ ਗੁਰੂ ਦਾ ਮਾਰਗ ਹੈ। ਉਹ ਵਿਅਕਤੀ ਸੁੰਦਰ ਹੈ ਜਿਹੜਾ ਭਗਤੀ ਯੋਗ ਨੂੰ ਧਾਰਨ ਕਰਦਾ ਹੈ। ਹਉਮੈ ਜਲਿਆ ਮਨੋ ਵਿਸਾਰੇ। ਪਰ ਗੁਰਮੁਖੋ ਜਿਹੜਾ ਵਿਅਕਤੀ ਹਉਮੈ ਦਾ ਜਲਿਆ ਨਾ, ਹਉਮੈ ਦਾ ਸੜਿਆ, ਜਲਿਆ ਤੋਂ ਭਾਵ ਸੜਿਆ, ਜਿਹੜਾ ਵਿਅਕਤੀ ਹਉਮੈ ਵਿੱਚ ਹੈ ਕਿ ਮੈਂ ਇਹ ਕਰ ਸਕਦਾ, ਮੇਰੇ ਕੋਲ ਇਹ ਹੈ, ਮੈਂ ਇਸ ਤਰ੍ਹਾਂ ਦੀ ਪਾਵਰ, ਸ਼ਕਤੀ, ਤਾਕਤ ਰੱਖਦਾ, ਹਉਮੈ ਦਾ ਜਲਿਆ ਹੋਇਆ, ਪਾਤਸ਼ਾਹ ਕਹਿਣ ਲੱਗੇ ਮਨੋ ਵਿਸਾਰੇ, ਉਹਨੂੰ ਰੱਬ ਦਾ ਨਾਮ ਮਨ ਵਿੱਚੋਂ ਭੁੱਲ ਹੀ ਗਿਆ ਹੈ। ਰੱਬ ਦਾ ਨਾਮ ਨਹੀਂ ਕਦੇ ਚੇਤੇ ਆਉਂਦਾ, ਕਿਉਂਕਿ ਹੰਕਾਰ ਨੇ ਸਾੜ ਦਿੱਤਾ। ਰੱਬ ਦਾ ਨਾਮ ਚੇਤੇ ਆਵੇ, ਦੁਨੀਆ ਵਿੱਚ ਪ੍ਰਮਾਤਮਾ ਨੂੰ ਨਾ ਵੇਖੇ, ਭਲੇ ਦਾ ਕੰਮ ਨਾ ਕਰੇ। ਭਾਈ ਮਰਦਾਨਾ ਜੀ ਕਹਿਣ ਲੱਗੇ ਨਾ, ਮਹਾਰਾਜ ਪਿਆਸ ਲੱਗੀ ਹੈ। ਸਤਿਗੁਰੂ ਕਹਿੰਦੇ ਪਹਾੜੀ ਦੇ ਉੱਪਰ ਚੜ੍ਹ ਜਾ। ਉੱਪਰ ਇੱਕ ਫਕੀਰ ਬੈਠਾ ਬੰਦਗੀ ਕਰਦਾ, ਜਾ ਕੇ ਪਾਣੀ ਮੰਗ ਉਹਦੇ ਕੋਲ। ਭਾਈ ਮਰਦਾਨਾ ਜੀ ਚਲੇ ਗਏ। ਪੁੱਛਿਆ ਫਕੀਰ ਨੇ ਕੌਣ ਹੈ? ਕਹਿਣ ਲੱਗਾ ਜੀ ਮੇਰਾ ਨਾਮ ਮਰਦਾਨਾ ਹੈ। ਉਹ ਜਾਣ ਗਿਆ ਫਕੀਰ ਉਸ ਵੇਲੇ ਵੀ ਇਹ ਤੇ ਮੁਸਲਮਾਨ ਹੈ, ਤੇ ਫਕੀਰ ਵੀ ਮੁਸਲਮਾਨ ਹੈ। ਪੁੱਛਿਆ ਕਿਹਦੇ ਨਾਲ ਆਇਆ, ਕੌਣ ਆਇਆ ਤੇਰੇ ਨਾਲ? ਕਹਿੰਦਾ ਜੀ ਗੁਰੂ ਨਾਨਕ ਸਾਹਿਬ ਆਏ। ਮਨ ਵਿੱਚ ਗੁੱਸਾ ਆ ਗਿਆ ਵੀ ਗੁਰੂ ਨਾਨਕ ਸਾਹਿਬ ਨਾਮ ਤੇ ਮੁਸਲਮਾਨਾਂ ਦਾ ਨਹੀਂ ਹੈ। ਪੁੱਛਿਆ ਉਹ ਕੌਣ ਨੇ? ਕਹਿੰਦਾ ਜੀ ਬੇਦੀ ਕੁਲ ਦੇ ਟੀਕਾ ਨੇ, ਬੇਦੀਆਂ ਦੀ ਕੁਲ। ਉਸ ਫਕੀਰ ਨੂੰ ਬੜਾ ਗੁੱਸਾ ਆਇਆ, ਕਹਿਣ ਲੱਗਾ ਮੁਸਲਮਾਨ ਹੋ ਕੇ ਕਿ ਹਿੰਦੂ ਫਕੀਰ ਦੇ ਮਗਰ ਤੁਰਿਆ ਫਿਰਦਾ, ਉਹਨੂੰ ਛੱਡ ਦੇ, ਮੇਰੇ ਵੱਲ ਆ ਜਾ, ਮੈਨੂੰ ਆਪਣਾ ਬਣਾ ਲਾ ਗੁਰੂ, ਆਪਣਾ ਪੀਰ ਸਮਝ ਲਾ, ਮੇਰਾ ਚੇਲਾ ਬਣ। ਹਿੰਦੂ ਨੂੰ ਛੱਡ ਦੇ, ਮੈਂ ਤੈਨੂੰ ਪਾਣੀ ਪਿਲਾ ਦਿੰਦਾ। ਉਸ ਵੇਲੇ ਭਾਈ ਮਰਦਾਨਾ ਜੀ ਕਹਿਣ ਲੱਗੇ ਵੀ ਇਹ ਕਿਵੇਂ ਹੋ ਸਕਦਾ? ਪਾਣੀ ਦੀ ਘੁੱਟ ਬਦਲੇ ਮੈਂ ਆਪਣੇ ਮਾਲਕ ਨੂੰ ਥੋੜ੍ਹੀ ਛੱਡ ਸਕਦਾ, ਸੇਵਕ ਤੇ ਮੈਂ ਉਹਨਾਂ ਦਾ ਹੀ ਰਵਾਂਗਾ, ਤੂੰ ਪਾਣੀ ਪਿਲਾਉਣਾ ਤੇ ਪਿਲਾ ਦੇ। ਇਸ ਪੀਰ ਨੇ ਧੱਕੇ ਮਾਰ ਕੇ ਮਾੜੇ ਚੰਗੇ ਸ਼ਬਦ ਕਹਿ ਕੇ ਭਾਈ ਮਰਦਾਨਾ ਜੀ ਨੂੰ ਮੋੜ ਦਿੱਤਾ। ਭਾਈ ਮਰਦਾਨਾ ਜੀ ਫਿਰ ਮਹਾਰਾਜ ਜੀ ਦੇ ਕੋਲ ਆ ਗਿਆ, ਕਹਿਣ ਲੱਗੇ ਮਹਾਰਾਜ ਉਹਨੇ ਪਾਣੀ ਨਹੀਂ ਪਿਲਾਇਆ, ਮਾੜੇ ਬਚਨ ਬੋਲਦਾ। ਸਤਿਗੁਰਾਂ ਨੇ ਦੂਜੀ ਵਾਰੀ ਭੇਜਿਆ, ਕਹਿਣ ਲੱਗੇ ਜਾਓ ਭਾਈ ਮਰਦਾਨਾ ਜੀ ਆ ਸੋਟੀ ਲੈ ਕੇ ਜਾਓ, ਜਾ ਕੇ ਪਾਣੀ ਦੀ ਮੰਗ ਕਰੋ। ਨਹੀਂ ਪਾਣੀ ਦੇਵੇਗਾ ਲਕੀਰ ਖਿੱਚ ਕੇ ਥੱਲੇ ਆ ਜਾਓ। ਫਿਰ ਪਾਣੀ ਦੀ ਮੰਗ ਕੀਤੀ ਹੈ, ਉਹ ਪਹਿਲਾਂ ਹੀ ਚਿੜਿਆ ਬੈਠਾ, ਗੁੱਸੇ ਵਿੱਚ ਕ੍ਰੋਧੀ ਹੋਇਆ ਬੈਠਾ। ਫਿਰ ਭਾਈ ਮਰਦਾਨਾ ਜੀ ਨੂੰ ਮਾੜੇ ਚੰਗੇ ਬਚਨ ਕਹਿ ਨਹੀਂ ਪਾਣੀ ਪਿਲਾਉਂਦਾ ਵੇਖ ਕੇ ਤਲਾਬ ਦੇ ਕਿਨਾਰੇ ਬੈਠਾ ਸੀ, ਉੱਥੋਂ ਲਕੀਰ ਖਿੱਚੀ, ਭਾਈ ਮਰਦਾਨਾ ਜੀ ਥੱਲੇ ਆ ਗਏ। ਤਲਾਬ ਦਾ ਸਾਰਾ ਪਾਣੀ ਚਸ਼ਮਾ ਬਣ ਕੇ ਥੱਲੇ ਚੋਣ ਲੱਗ ਪਿਆ।
ਮਹਾਰਾਜ ਕਹਿਣ ਲੱਗੇ ਭਾਈ ਮਰਦਾਨਿਆ ਤੂੰ ਪਾਣੀ ਦੇ ਕੋਲ ਗਿਆ ਸੀ ਪੀਣ ਵਾਸਤੇ, ਵੇਖ ਪਾਣੀ ਤੇਰੇ ਕੋਲ ਆ ਗਿਆ। ਉਸ ਵੇਲੇ ਇਹ ਬਚਨ ਸੁਣਿਆ, ਜਲ ਛਕਿਆ, ਤੇ ਉਹ ਜਿਹੜਾ ਪੀਰ ਸੀ ਨਾ ਉਹਨੂੰ ਪਤਾ ਲੱਗਾ ਵੀ ਇਹ ਤੇ ਕੋਈ ਕਰਾਮਾਤੀ ਹੈ ਜਿਹਨੇ ਮੇਰਾ ਜਲ ਹੀ ਸਕਾ ਦਿੱਤਾ। ਆਪਣੇ ਮੰਤਰਾਂ ਦੇ ਬਲ ਦੇ ਨਾਲ, ਆਪਣੇ ਸਰੀਰ ਦੇ ਬਲ ਦੇ ਨਾਲ ਫਿਰ ਵੱਡਾ ਪਰਬਤ ਪਹਾੜ ਸੱਟਿਆ ਵੀ ਥੱਲੇ ਆ ਕੇ ਮਰ ਜਾਣ। ਤੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਫਿਰ ਉਸ ਪੱਥਰ ਨੂੰ ਪੰਜਾ ਲਾ ਕੇ ਰੋਕਿਆ। ਜਦੋਂ ਉਸ ਪੀਰ ਨੇ ਵੇਖਿਆ ਵੀ ਇਹਦੇ ਪਹਾੜ ਰੋਕਦਾ ਪਿਆ ਕੌਣ ਹੈ, ਥੱਲੇ ਉਤਰ ਕੇ ਵੇਖਿਆ ਵਲੀ ਕੰਧਾਰੀ ਨੇ, ਇਹਦੇ ਦੀਨ ਦੁਨੀਆ ਦੇ ਮਾਲਕ ਬੈਠੇ ਨੇ। ਸ਼ਰਨ ਵਿੱਚ ਆ ਕੇ ਮਹਾਰਾਜ ਦੇ ਕੋਲੋਂ ਮਾਫੀ ਮੰਗਦਾ, ਮਹਾਰਾਜ ਸੇਵਕ ਬਣਾ ਲਵੋ, ਚਲੋ ਮੇਰੇ ਨਾਲ ਉੱਤੇ ਚੱਲੀਏ ਟਿੱਬੇ ਦੇ ਜਿੱਥੇ ਮੈਂ ਬੈਠਾ, ਮੇਰੀ ਕੁਟੀਆ ਵਿੱਚ ਚਰਨ ਪਾਓ ਨਾ ਮਹਾਰਾਜ। ਸਤਿਗੁਰੂ ਕਹਿੰਦੇ ਨਹੀਂ ਭਾਈ, ਤੇਰੀ ਕੁਟੀਆ ਵਿੱਚ ਚਰਨ ਨਹੀਂ ਪਾਵਾਂ। ਨਹੀਂ ਮਹਾਰਾਜ ਮੈਂ ਲੈ ਕੇ ਜਾਣਾ ਹੈ। ਪਾਤਸ਼ਾਹ ਕਹਿੰਦੇ ਨਹੀਂ ਭਾਈ, ਇੱਥੇ ਹੀ ਬਚਨ ਬਲਾਸ ਕਰਾਂਗੇ। ਮਹਾਰਾਜ ਜੇ ਥੱਕ ਗਏ ਹੋ ਤੇ ਮੈਂ ਮੋਢਿਆਂ ਤੇ ਚੁੱਕ ਕੇ ਲੈ ਜਾਵਾਂ। ਜਦੋਂ ਵਾਰ-ਵਾਰ ਕਹਿੰਦਾ ਨਾ, ਮਹਾਰਾਜ ਕਹਿਣ ਲੱਗੇ ਵਲੀ ਕੰਧਾਰੀ ਇਸ ਜਨਮ ਦੇ ਵਿੱਚ ਨਹੀਂ, ਪਰ ਜੇ ਤੂੰ ਸਾਨੂੰ ਵਾਕਿਆ ਹੀ ਆਪਣੀ ਸਵਾਰੀ ਦੇਣੀ ਚਾਹੁੰਦਾ ਨਾ, ਤੈਨੂੰ ਫਿਰ ਅੱਗੇ ਜਨਮ ਪ੍ਰਾਪਤ ਹੋਵੇਗਾ। ਫਿਰ ਅਸੀਂ 10ਵੇਂ ਰੂਪ ਦੇ ਵਿੱਚ ਤੇਰੀ ਸਵਾਰੀ ਕਰਾਂਗੇ। ਘੋੜਾ ਬਣ ਕੇ ਮਹਾਰਾਜ ਦੀ ਸ਼ਰਨ ਵਿੱਚ ਪ੍ਰਾਪਤ ਹੋਇਆ ਤੇ ਘੋੜੇ ਦੀ ਸਵਾਰੀ ਨੀਲੇ ਦੀ ਮਹਾਰਾਜ ਫਿਰ ਕਰਦੇ ਰਹੇ। ਐਸੀਆਂ ਬਖਸ਼ਾਂ ਵੀ ਮਹਾਰਾਜ ਨੇ ਕਰ ਦਿੱਤੀਆਂ। ਵਿਚਾਰ ਬਚਨ ਇਹ ਹੈ, ਮਹਾਰਾਜ ਕਹਿਣ ਲੱਗੇ ਭਾਈ ਹਉਮੈ ਜਲਿਆ ਮਨੋ ਵਿਸਾਰੇ। ਜਦੋਂ ਬੰਦਾ ਹਉਮੈ ਵਿੱਚ ਜਲ ਜਾਂਦਾ ਨਾ, ਹੰਕਾਰ ਦੇ ਵਿੱਚ ਸੜ ਜਾਂਦਾ, ਉਹਨੂੰ ਰੱਬ ਦਾ ਨਾਮ ਵੀ ਭੁੱਲ ਜਾਂਦਾ ਹੈ ਤੇ ਕਿਸੇ ਤੇ ਪਰਉਪਕਾਰ ਵੀ ਕਰਨਾ ਵੀ ਇਹ ਵੀ ਰੱਬ ਦਾ ਜੀਵ ਹੈ, ਇਹ ਵੀ ਭੁੱਲ ਜਾਂਦਾ ਹੈ। ਜੇ ਆਪਾਂ ਇਨਸਾਨੀਅਤ ਤੌਰ 'ਤੇ ਸੋਚੀਏ ਤਾਂ ਦਇਆ ਤੇ ਆਉਣੀ ਚਾਹੀਦੀ ਹੈ ਨਾ, ਵੀ ਇਹ ਰੱਬ ਦਾ ਬਣਾਇਆ ਬੰਦਾ, ਚਲੋ ਪਾਣੀ ਪਿਆਉਣ ਲੱਗਿਆ ਕਿਹੜਾ ਤਲਾਬ ਮੁੱਕ ਚੱਲਿਆ। ਪਰ ਨਹੀਂ, ਜਦੋਂ ਬੰਦਾ ਹੰਕਾਰ ਵਿੱਚ ਆ ਜਾਵੇ ਵੀ ਮੇਰੇ ਵਰਗਾ ਕੋਈ ਨਹੀਂ ਹੈ, ਫਿਰ ਉਹ ਹੰਕਾਰ ਵਿੱਚ ਹੀ ਸੜ ਜਾਂਦਾ, ਰੱਬ ਦੇ ਨਾਮ ਨੂੰ ਵੀ ਭੁਲਾ ਬੈਠਦਾ। ਫਿਰ ਉਹ ਪਰਉਪਕਾਰ ਨਹੀਂ, ਸਗੋਂ ਦੁੱਖ ਦੇਣ ਵਾਲਾ ਕੰਮ ਕਰਦਾ, ਜਿਵੇਂ ਵਲੀ ਕੰਧਾਰੀ ਨੇ ਪੱਥਰ ਥੱਲੇ ਸੁੱਟਿਆ। ਇਸ ਤਰ੍ਹਾਂ ਦੀ ਹਾਲਤ ਬਣ ਜਾਂਦੀ ਹੈ। ਜੰਪੁਰ ਵਜੈ ਖੜਗ ਕਰਾਰੇ। ਮਹਾਰਾਜ ਕਹਿਣ ਲੱਗੇ ਗੁਰਮੁਖੋ, ਜਿਹੜੀ ਜਮਾਂ ਦੀ ਪੁਰੀ ਹੈ ਨਾ, ਉੱਥੇ ਤਗੜੇ ਖੰਡੇ ਵੱਜਣਗੇ। ਜਮਾਂ ਦੀ ਪੁਰੀ ਵਿੱਚ ਜਦੋਂ ਤੈਨੂੰ ਜਮ ਲੈ ਕੇ ਜਾਣਗੇ ਨਾ, ਇੱਥੇ ਤੇ ਨਾਮ ਨਹੀਂ ਜਪਿਆ, ਫਿਰ ਉੱਥੇ ਤਗੜੇ ਖੰਡੇ ਵੱਜਦੇ। ਫਿਰ ਉੱਥੇ ਤਰਲੇ ਕਰਦਾ, ਮੈਨੂੰ ਛੱਡ ਦਿਓ, ਮੈਨੂੰ ਛੱਡ ਦਿਓ। ਜਮਾਂ ਨੂੰ ਇਸ ਤਰ੍ਹਾਂ ਕਹਿੰਦਾ ਹੈ, ਅਬ ਕੈ ਕਹਿਆ ਨਾਮ ਨਾ ਮਿਲ ਆਈ। ਉਸ ਵੇਲੇ ਜਮ ਆਖਦੇ ਨੇ, ਕਹਿੰਦੇ ਭਾਈ ਹੁਣ ਤਰਲਾ ਕਰਨ ਦਾ ਫਾਇਦਾ ਨਹੀਂ। ਜਦੋਂ ਤਰਲਾ ਕਰਨਾ ਸੀ ਉਦੋਂ ਤੇ ਕੀਤਾ ਨਹੀਂ, ਜਦੋਂ ਨਾਮ ਜਪਣਾ ਜਪਿਆ ਨਹੀਂ। ਹੁਣ ਤੇਰੇ ਕਹਿਣ ਕਰਕੇ, ਅਬ ਕਹਿ ਕਹਿਆ, ਹੁਣ ਤੇਰੇ ਕਹਿਣ ਕਰਕੇ ਕੁਝ ਨਹੀਂ ਹੋਣਾ ਹੈ। ਤੂੰ ਸੋ ਜੜੈ ਭਾਰੀ ਜੀਓ। ਇਸ ਕਰਕੇ ਹੇ ਜੀਵ, ਹੁਣ ਤੈਨੂੰ ਭਾਰੀ ਸਜ਼ਾਵਾਂ ਮਿਲਣਗੀਆਂ। ਜਦੋਂ ਤੈਨੂੰ ਨਾਮ ਜਪਣ ਦਾ ਸਮਾਂ ਦਿੱਤਾ ਸੀ ਮਨੁੱਖਾ ਜਨਮ, ਉਦੋਂ ਨਾਮ ਜਪਿਆ ਨਹੀਂ। ਹੁਣ ਜਦੋਂ ਜਮਾਂ ਦੇ ਘਰ ਦੇ ਵਿੱਚ ਖੰਡੇ ਵੱਜਣਗੇ, ਸਜ਼ਾਵਾਂ ਮਿਲਣਗੀਆਂ, ਫਿਰ ਉੱਥੇ ਆਖੇਗਾ ਹਾਏ ਮੈਨੂੰ ਇੱਕ ਵਾਰੀ ਛੱਡ ਦਿਓ, ਮੈਨੂੰ ਇੱਕ ਮੌਕਾ ਦੇ ਦਿਓ, ਮੈਂ ਨਾਮ ਜਪ ਲਵਾਂ। ਜਮ ਕਹਿਣਗੇ ਨਹੀਂ, ਅਬ ਕਹਿ ਕਹਿਆ ਨਾਮ ਨਾ ਮਿਲੀ, ਹੁਣ ਨਹੀਂ ਮੌਕਾ ਮਿਲਣਾ, ਉਹ ਮੌਕਾ ਲੰਘ ਗਿਆ। ਤੂੰ ਸੋ ਜਿਹੜੇ ਭਾਰੀ ਜੀਓ, ਐ ਜੀਵ ਹੁਣ ਤੈਨੂੰ ਭਾਰੀ ਦੁੱਖ ਸਹਿਣੇ ਪੈਣੇ ਹਨ। ਮਾਇਆ ਮਮਤਾ ਪਵੈ ਖਿਆਲੀ। ਇਹ ਜਿਹੜਾ ਜੀਵ ਹੈ ਮਾਇਆ ਦੀ ਮਮਤਾ ਦੇ ਖਿਆਲਾਂ ਵਿੱਚ ਪਿਆ। ਆਪਾਂ ਰਾਤ ਨੂੰ ਸੁੱਤੇ ਹਾਂ, ਲੰਮੇ ਪਏ ਹਾਂ, ਰਾਤ ਨੂੰ ਸੌਣ ਲੱਗੇ ਗੱਲਾਂ ਕਰਦਾ, ਮੈਨੂੰ ਸਵੇਰੇ ਟਾਈਮ ਨਾਲ ਉਠਾ ਦਿਓ, ਮੈਂ ਫਲਾਣੇ ਕੰਮ ਜਾਣਾ। ਸੌਣ ਤੋਂ ਪਹਿਲਾਂ ਵੀ ਮਾਇਆ ਦੇ ਖਿਆਲਾਂ ਵਿੱਚ ਹੀ ਪਿਆ। ਜਦੋਂ ਸਵੇਰੇ ਉੱਠ ਪੈਂਦਾ ਫਿਰ ਘਰਦਿਆਂ ਨਾਲ, ਪਰਿਵਾਰ ਨਾਲ ਝਗੜਾ ਕਰਦਾ, ਉਹ ਮੈਂ ਲੇਟ ਹੋ ਗਿਆ, ਮੈਂ ਅੱਗੇ ਕੰਮ ਜਾਣਾ ਸੀ, ਆਹ ਕੰਮ ਕਰਨਾ ਸੀ। ਦਿਨੇ ਫਿਰ ਝਗੜਾ ਕਰਦਾ, ਸਾਰਾ ਦਿਨ ਫਿਰ ਲੋਕਾਂ ਨਾਲ ਝਗੜਾ ਕਰਦਾ। ਮਹਾਰਾਜ ਕਹਿਣ ਲੱਗੇ ਮਾਇਆ ਮਮਤਾ, ਮਾਇਆ ਦੀ ਮਮਤਾ ਵਿੱਚ ਪੈ ਕੇ ਉਹਨਾਂ ਖਿਆਲਾਂ ਵਿੱਚ ਹੀ ਦਿਨੇ ਰਾਤ ਪਿਆ ਰਹਿੰਦਾ ਹੈ। ਜੰਪੁਰ ਫਾਸੇਗਾ ਜਮ ਜਾਲੀ। ਪਾਤਸ਼ਾਹ ਕਹਿਣ ਲੱਗੇ ਜਮਾਂ ਦੀ ਪੁਰੀ ਦੇ ਵਿੱਚ, ਜਮਾਂ ਦੀ ਜਾਲੀ ਵਿੱਚ ਫਸ ਜਾਏਗਾ ਉਹ ਭਾਈ ਪਿਆਰਿਆ। ਅਵਰ ਕਾਇ ਤੇਰੇ ਕਿਤੈ ਨਾ ਕਾਮ, ਮਿਲ ਸਾਧ ਸੰਗਤ। ਨਾਮ ਜਪਣਾ ਚਾਹੀਦਾ ਸੀ, ਨਾਮ ਨਹੀਂ ਜਪਿਆ। ਜੰਪੁਰ ਫਸੇਗਾ ਜਮ ਜਾਲੀ, ਅੰਤ ਵੇਲੇ ਜਮਾਂ ਦੀ ਪੁਰੀ ਵਿੱਚ, ਜਮਾਂ ਦੀ ਜਾਲੀ ਵਿੱਚ, ਜਮਾਂ ਦੀ ਫਾਈ ਵਿੱਚ ਫਸ ਜਾਵੇਂਗਾ। ਐਸੀ ਹਾਲਤ ਤੇਰੀ ਬਣ ਜਾਣੀ ਹੈ। ਹੇਤ ਕੇ ਬੰਧਨ ਤੋੜ ਨਾ ਸਕੈ। ਪਾਤਸ਼ਾਹ ਬਚਨ ਬਖਸ਼ਿਸ਼ ਕਰਦੇ ਕਹਿਣ ਲੱਗੇ ਹੇਤ ਨਾਮ ਗੁਰਮੁਖੋ ਮੋਹ ਦਾ ਹੈ। ਬੰਦਾ ਸਾਰੀ ਉਮਰ ਮੋਹ ਦਾ ਬੰਧਨ ਨਹੀਂ ਤੋੜ ਸਕਦਾ।
ਕਦੇ ਮਾਂ ਦਾ ਕਦੇ ਬਾਪ ਦਾ ਮੋਹ ਹੈ, ਇਹਨਾਂ ਤੋਂ ਅੱਗੇ ਨਿਕਲਿਆ ਭਰਾਵਾਂ ਭੈਣਾਂ ਦਾ ਮੋਹ ਹੈ, ਇਹਨਾਂ ਤੋਂ ਅੱਗੇ ਨਿਕਲਿਆ ਘਰਵਾਲੀ ਦਾ ਮੋਹ ਹੈ, ਇਹਦੇ ਤੋਂ ਅੱਗੇ ਨਿਕਲਿਆ ਫਿਰ ਪੁੱਤਰਾਂ ਦਾ ਮੋਹ ਹੈ, ਉਹਦੇ ਤੋਂ ਅੱਗੇ ਤੁਰਿਆ ਫਿਰ ਪੋਤਰਿਆਂ ਦਾ ਮੋਹ ਹੈ। ਮੂਲ ਨਾਲੋਂ ਵਿਆਜ ਪਿਆਰਾ ਹੋ ਗਿਆ। ਪਾਤਸ਼ਾਹ ਕਹਿਣ ਲੱਗੇ ਬਚਨ ਇਹ ਹੈ ਕਿ ਹੇਤ ਕੇ ਬੰਧਨ ਤੋੜ ਨਾ ਸਕੈ। ਮੋਹ ਦੇ ਬੰਧਨ ਬੰਦੇ ਕੋਲੋਂ ਟੁੱਟਦੇ ਨਹੀਂ, ਇੱਕ ਮੋਹ ਦਾ ਬੰਧਨ ਖੋਲਦਾ ਦੂਜਾ ਪੈ ਜਾਂਦਾ। ਐਸੀ ਹਾਲਤ ਬਣਦੀ ਹੈ। ਤਾਂ ਜਮ ਕਰੇ ਖੁਆਰੀ ਜੀਓ। ਮਹਾਰਾਜ ਕਹਿਣ ਲੱਗੇ ਫਿਰ ਜਮ ਖੁਆਰੀ ਕਰਦਾ ਹੈ। ਭਾਵ ਇਹ ਹੈ ਕਿ ਜਿਹੜਾ ਜਮ ਹੈ ਉਹ ਤੈਨੂੰ ਖਰਾਬ ਕਰੇਗਾ, ਤੈਨੂੰ ਸਜ਼ਾ ਦੇਵੇਗਾ। ਐਸੀ ਤੇਰੀ ਹਾਲਤ ਬਣ ਜਾਣੀ ਹੈ। ਨਾ ਹੋ ਕਰਤਾ ਨਾ ਮੈਂ ਕੀਆ। ਉਸ ਵੇਲੇ ਬੇਨਤੀ ਕਰ। ਮਹਾਰਾਜ ਨੂੰ ਪੁੱਛਿਆ ਸਿੱਖਾਂ ਨੇ, ਪਾਤਸ਼ਾਹ ਫਿਰ ਕੀ ਕਰੀਏ? ਪਾਤਸ਼ਾਹ ਕਹਿੰਦੇ ਬੇਨਤੀ ਕਰ। ਕੀ ਬੇਨਤੀ ਕਰ? ਨਾ ਹੋ ਕਰਤਾ। ਮਹਾਰਾਜ ਮੈਂ ਨਹੀਂ ਜੇ ਕੁਝ ਕਰ ਸਕਦਾ, ਨਾ ਮੈਂ ਕੁਝ ਕੀਤਾ, ਨਾ ਮੈਂ ਕੀਆ, ਨਾ ਮੈਂ ਕੀਤਾ ਹੈ, ਨਾ ਮੈਂ ਕੋਈ ਪਿੱਛੇ ਕਰ ਕੀਤਾ ਹੈ, ਨਾ ਮੈਂ ਅੱਗੇ ਕਰ ਸਕਦਾ। ਮਹਾਰਾਜ ਮੇਰੇ ਹੱਥ ਵੱਸ ਵਿੱਚ ਕੁਝ ਨਹੀਂ ਹੈ। ਅੰਮ੍ਰਿਤ ਨਾਮ ਸਤਿਗੁਰ ਦੀਆ। ਕਿਉਂਕਿ ਜਿਹੜਾ ਅੰਮ੍ਰਿਤ ਨਾਮ ਹੈ ਇਹ ਗੁਰੂ ਨੇ ਕਿਰਪਾ ਕਰਕੇ ਬਖਸ਼ਿਆ ਹੈ। ਅੰਮ੍ਰਿਤ ਨਾਮ ਜੋ ਹੈ ਉਹ ਗੁਰੂ ਨੇ ਕਿਰਪਾ ਕਰਕੇ ਦਿੱਤਾ ਹੈ। ਜਿਸ ਤੂੰ ਦਹਿ ਤਿਸੇ ਕਿਆ ਚਾਰਾ। ਮਹਾਰਾਜ ਕਹਿਣ ਲੱਗੇ ਹੈ ਪਰਮਾਤਮਾ ਜਿਹਨੂੰ ਤੁਸੀਂ ਕਿਰਪਾ ਕਰਕੇ ਆਪ ਦਿੰਦੇ ਹੋ, ਕਿਸੇ ਉੱਪਰ ਤਰੁੱਠ ਕੇ ਪ੍ਰਸੰਨ ਹੋ ਕੇ ਜਿਹਨੂੰ ਨਾਮ ਦੀ ਦਾਤ ਆਪ ਬਖਸ਼ਿਸ਼ ਕਰਦੇ ਹੋ। ਨਾਨਕ ਸ਼ਰਨ ਤੁਮਾਰੀ ਜੀਓ। ਜਿਹੜੇ ਆਪ ਜੀ ਦੀ ਸ਼ਰਨ ਵਿੱਚ ਪਏ ਨੇ ਉਹਨਾਂ ਨੂੰ ਇਹ ਨਾਮ ਮਿਲਦਾ ਹੈ, ਪਰ ਜਿਨ੍ਹਾਂ ਨੂੰ ਆਪ ਨਾਮ ਦਿੰਦੇ ਹੋ ਨਾ ਉਹਨਾਂ ਦੇ ਅੱਗੇ ਕਿਆ ਚਾਰਾ, ਕੀ ਜ਼ੋਰ ਹੈ ਕਿਸੇ ਦਾ? ਹੁਣ ਪ੍ਰਮਾਤਮਾ ਆਪਾਂ ਨੂੰ ਨਾਮ ਦੇਵੇ ਜਪਣ ਵਾਸਤੇ, ਭਾਵੇਂ ਸਾਰੀ ਦੁਨੀਆ ਆਖੇ ਵੀ ਅਸੀਂ ਨਹੀਂ ਦੇਣਾ ਹੈ, ਨਹੀਂ ਕਿਸੇ ਦਾ ਜ਼ੋਰ ਹੀ ਕੋਈ ਨਹੀਂ ਹੈ, ਤੇ ਪ੍ਰਮਾਤਮਾ ਦੀ ਮਰਜ਼ੀ ਹੈ ਇਹ ਹੀਰਾ ਕਿਹਦੀ ਝੋਲੀ ਵਿੱਚ ਪਾਉਣਾ ਹੈ। ਬਾਦਸ਼ਾਹ ਕਹਿਣ ਲੱਗੇ ਬਚਨ ਇਹ ਹੈ ਜਿਸ ਤੂੰ ਦੇ ਤਿਸੇ ਕਿਆ ਚਾਰਾ। ਜਿਹਨੂੰ ਦਿੰਦੇ ਹੋ ਅੰਮ੍ਰਿਤ ਨਾਮ ਉਹਦੇ ਅੱਗੇ ਕਿਸੇ ਦਾ ਚਾਰਾ ਜ਼ੋਰ ਨਹੀਂ ਹੈ। ਨਾਨਕ ਸ਼ਰਨ ਤੁਮਾਰੀ ਜੀਓ। ਇਹ ਸਾਰੇ ਜੀਵ ਆਪ ਜੀ ਦੀ ਸ਼ਰਨ ਵਿੱਚ ਹਨ। ਅੰਮ੍ਰਿਤ ਨਾਮ ਸਤਿਗੁਰ ਦੀਆ। ਮਾਰੂ ਮਹੱਲਾ ਤੀਜਾ ਘਰ ਪਹਿਲਾ। ਮਾਰੂ ਰਾਗ ਦੇ ਅੰਦਰ ਇੱਥੋਂ ਹੁਣ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੀ ਜੋ ਬਾਣੀ ਹੈ, 12 ਸ਼ਬਦ ਆਪਾਂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦੇ ਸਰਵਣ ਕੀਤੇ। ਅੱਗੇ ਹੁਣ ਧੰਨ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਮਾਰੂ ਰਾਗ ਦੇ ਅੰਦਰ ਪਹਿਲੇ ਘਰ ਦੇ ਵਿੱਚ ਬਖਸ਼ਿਸ਼ ਕਰਦੇ ਹਨ। ਜੈ ਬੈਸਾਲ ਹੈ ਤਹੈ ਬੈਸਾ ਸੁਆਮੀ। ਮਾਰੂ ਮਹੱਲਾ ਤੀਜਾ ਘਰ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਤਿਗੁਰੂ ਜੀ ਮਾਰੂ ਰਾਗ ਦੇ ਅੰਦਰ ਧੰਨ ਗੁਰੂ ਅਮਰਦਾਸ ਪਾਤਸ਼ਾਹ ਉਪਦੇਸ਼ ਬਖਸ਼ਦੇ ਨੇ। ਪਹਿਲੇ ਘਰ ਦੇ ਅੰਦਰ ਗਾਉਣ ਦਾ ਹੁਕਮ ਹੈ। ਮੰਗਲਾਚਰਨ ਲਿਖਦੇ ਗੁਰੂ ਅਰਜਨ ਦੇਵ ਪਾਤਸ਼ਾਹ ਇੱਕ ਓੰਕਾਰ। ਓੰਕਾਰ ਪ੍ਰਮਾਤਮਾ ਨਿਰੰਕਾਰ ਇੱਕ ਹੈ। ਸਤਿਗੁਰ ਪ੍ਰਸਾਦ ਉਸ ਪ੍ਰਮਾਤਮਾ ਦੀ ਪ੍ਰਾਪਤੀ ਗੁਰੂ ਕਿਰਪਾ ਨਾਲ ਹੁੰਦੀ ਹੈ। ਤੇ ਮਹਾਰਾਜ ਫਰਮਾਉਂਦੇ ਹਨ ਜੈ ਬੈਸਾਲੈ ਤੈ ਬੈਸਾ। ਸਤਿਗੁਰੂ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀ ਖਡੂਰ ਸਾਹਿਬ ਦੀ ਧਰਤੀ ਤੇ ਰਹਿੰਦੇ। ਮਹਾਰਾਜ ਜੀਆਂ ਦੇ ਕੋਲ ਇੱਕ ਸਿੱਖ ਆ ਗਿਆ, ਨਾਮ ਹੈ ਭਾਈ ਗੋਂਦਾ ਜੀ। ਇਹ ਭਾਈ ਗੋਂਦਾ ਜੀ ਬਿਆਸ ਦਰਿਆ ਦੇ ਕਿਨਾਰੇ ਨਗਰ ਵਸਾਉਂਦੇ। ਜਦੋਂ ਇਹ ਘਰ ਪਾ ਲੈਂਦੇ ਸਾਰਾ ਦਿਨ ਮਿਸਤਰੀ ਲਾ ਕੇ ਰਾਤ ਪੈ ਜਾਂਦੀ ਤੇ ਰਾਤ ਨੂੰ ਸਾਰੇ ਘਰ ਢਹਿ ਜਾਂਦੇ। ਬੜੇ ਮੰਤਰ ਪੜ੍ਹਾਏ, ਬੜੇ ਜੱਗ ਕੀਤੇ, ਤਪ ਕੀਤੇ, ਜੋਤਸ਼ੀਆਂ ਦੇ ਮੁਤਾਬਕ ਸਭ ਕੁਝ ਕਰਕੇ ਵੇਖ ਲਿਆ, ਪਰ ਘਰ ਢਹਿ ਜਾਂਦਾ। ਸਤਿਗੁਰਾਂ ਦੀ ਸਿਫਤ ਸੁਣ ਕੇ ਮਹਾਰਾਜ ਦੇ ਕੋਲ ਆਇਆ, ਕਹਿਣ ਲੱਗਾ ਮਹਾਰਾਜ ਜੀ ਵੀ ਮੈਂ ਘਰ ਬਣਾਉਂਦਾ, ਰਾਤ ਨੂੰ ਪਤਾ ਨਹੀਂ ਕੀ ਹੁੰਦਾ, ਸਾਰੇ ਘਰ ਢਹਿ ਜਾਂਦੇ। ਸਤਿਗੁਰੂ ਪੁੱਤਰਾਂ ਦੀ ਪਰਖ ਕਰਨ ਵਾਸਤੇ ਬਾਬਾ ਦਾਤੂ ਜੀ ਨੂੰ ਬੁਲਾਇਆ। ਮਹਾਰਾਜ ਨੇ ਵੱਡੇ ਪੁੱਤਰ ਨੂੰ ਬੁਲਾ ਕੇ ਕਹਿਣ ਲੱਗੇ ਜਾਓ ਭਾਈ ਇਹ ਸਿੱਖ ਦੇ ਨਾਲ ਜਾਓ, ਇਹ ਨਗਰ ਵਸਾਉਣਾ ਚਾਹੁੰਦਾ ਹੈ, ਇਹਦੀ ਮਦਦ ਕਰੋ, ਘਰ ਕਿਉਂ ਢਹਿ ਜਾਂਦੇ ਨੇ, ਜਾਓ ਜਾ ਕੇ ਵੇਖੋ। ਤੇ ਬਾਬਾ ਦਾਤੂ ਜੀ ਨੇ ਜਵਾਬ ਦਿੱਤਾ, ਕਹਿਣ ਲੱਗਾ ਮਹਾਰਾਜ ਆਪਣੇ ਕੋਲ ਪਿੰਡ ਵਸਾਇਆ, ਆਪਾਂ ਪਿੰਡ ਵਸਾ ਕੇ ਬੈਠੇ ਹਾਂ, ਘਰ-ਬਾਰ ਆਪਣਾ ਬਣਿਆ, ਲੋਕ ਆਪਣੇ ਕੋਲ ਆ ਰਹੇ, ਆਪਾਂ ਨੂੰ ਕੀ ਲੋੜ ਹੈ ਇਹਦੇ ਨਾਲ ਜਾ ਕੇ ਬਿਪਤਾ ਗਲ ਵਿੱਚ ਪਾਉਣ ਦੀ, ਆਪਾਂ ਆਪਣੇ ਘਰ ਬੈਠੇ ਹਾਂ, ਮੇਰੇ ਤੋਂ ਨਹੀਂ ਜਾਇਆ ਜਾਵੇ। ਭਾਈ ਦਾਸੂ ਜੀ ਨੂੰ ਬੁਲਾਇਆ, ਛੋਟੇ ਪੁੱਤਰ ਨੂੰ ਬੁਲਾਇਆ। ਮਹਾਰਾਜ ਕਹਿੰਦੇ ਦਾਸੂ ਜੀ ਤੁਸੀਂ ਚਲੇ ਜਾਓ। ਉਹਨੇ ਵੀ ਵੱਡੇ ਭਰਾ ਵਾਲਾ ਹੀ ਕਿਹਾ, ਕਹਿਣ ਲੱਗਾ ਮਹਾਰਾਜ ਆਪਣਾ ਪਿੰਡ ਵਸਿਆ, ਆਪਣਾ ਘਰ-ਬਾਰ ਬਣਿਆ, ਆਪਾਂ ਨੂੰ ਕੀ ਜਾਣ ਦੀ ਲੋੜ ਹੈ।
ਇੰਨੇ ਚਿਰ ਨੂੰ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਆ ਕੇ ਮੱਥਾ ਟੇਕਿਆ, ਸੇਵਾ ਵਿੱਚ ਲੱਗੇ। ਸਤਿਗੁਰੂ ਕਹਿਣ ਲੱਗੇ, ਭਾਈ ਪੁਰਖਾ ਇਹ ਸੇਵਾ ਤੇਰੇ ਹਿੱਸੇ ਹੈ, ਜਾਓ ਇਹ ਸਿੱਖ ਦੇ ਨਾਲ ਨਗਰ ਵਸਾਓ। ਉਸ ਵੇਲੇ ਮਹਾਰਾਜ ਨੇ ਆਪਣੇ ਹੱਥਾਂ ਵਿੱਚੋਂ ਇੱਕ ਛਟੀ ਬਖਸ਼ਿਸ਼ ਕੀਤੀ, ਇੱਕ ਸੋਟੀ। ਕਹਿਣ ਲੱਗੇ ਆ ਸੋਟੀ ਦਾ ਮੂੰਹ ਜਿੱਧਰ ਨੂੰ ਕਰੇਗਾ ਕੋਈ ਉੱਥੇ ਬਾਦ ਆਤਮਾ, ਕੋਈ ਭੂਤ ਪ੍ਰੇਤ ਰਹੇਗਾ ਨਹੀਂ। ਗੁਰੂ ਅਮਰਦਾਸ ਪਾਤਸ਼ਾਹ ਜੀ ਮੱਥਾ ਟੇਕ ਕੇ ਚਲੇ ਗਏ ਤੇ ਜਦੋਂ ਉਸ ਧਰਤੀ ਤੇ ਪਹੁੰਚੇ ਜਿੱਥੇ ਕਿਤੇ ਭੂਤਾਂ ਪ੍ਰੇਤਾਂ ਦਾ, ਗੁਪਤ ਰੂਹਾਂ ਦਾ ਵਾਸਾ ਸੀ ਨਾ, ਛਟੀ ਮਹਾਰਾਜ ਜੀਆਂ ਨੇ ਜਿਹੜੀ ਬਖਸ਼ਿਸ਼ ਕੀਤੀ, ਜਿੱਧਰ ਨੂੰ ਧੰਨ ਗੁਰੂ ਅਮਰਦਾਸ ਪਾਤਸ਼ਾਹ ਦਾ ਮੂੰਹ ਕਰਦੇ ਉਹ ਭੂਤ ਪ੍ਰੇਤ ਸਾਰੇ ਉੱਥੋਂ ਦੌੜ ਗਏ। ਤੇ ਭਾਈ ਗੋਂਦਾ ਜੀ ਨੇ ਉਸ ਵੇਲੇ ਬੜਾ ਸੋਹਣਾ ਨਗਰ ਵਸਾਇਆ। ਨਗਰ ਵਸ ਗਿਆ, ਮਹਾਰਾਜ ਦੇ ਕੋਲ ਆਇਆ, ਕਹਿੰਦਾ ਮਹਾਰਾਜ ਨਗਰ ਦਾ ਨਾਮ ਵੀ ਆਪ ਰੱਖੋ। ਪਾਤਸ਼ਾਹ ਕਹਿਣ ਲੱਗੇ, ਭਾਈ ਨਗਰ ਤੂੰ ਵਸਾਇਆ, ਤੇਰੇ ਨਾਮ ਤੋਂ ਹੀ ਰੱਖ ਦਿੰਦੇ ਆ, ਗੋਇੰਦਾ ਨਾਮ ਹੈ। ਤੇ ਮਹਾਰਾਜ ਨੇ ਉਸ ਦਾ ਨਾਮ ਗੋਇੰਦਵਾਲ ਰੱਖ ਦਿੱਤਾ। ਜਦੋਂ ਗੋਇੰਦਵਾਲ ਨਗਰ ਰੱਖ ਦਿੱਤਾ, ਨਾਮ ਨਗਰ ਬਣ ਗਿਆ। ਫਿਰ ਮਹਾਰਾਜ ਜੀਆਂ ਨੇ ਗੁਰੂ ਅੰਗਦ ਸਾਹਿਬ ਪਾਤਸ਼ਾਹ ਨੇ ਆਖਿਆ, ਕਹਿਣ ਲੱਗੇ ਗੁਰੂ ਅਮਰਦਾਸ ਨੂੰ, ਕਹਿਣ ਲੱਗੇ ਭਾਈ ਪੁਰਖਾ ਤੁਸੀਂ ਹੁਣ ਖਡੂਰ ਸਾਹਿਬ ਨਾ ਰਹੋ, ਤੁਸੀਂ ਹੁਣ ਗੋਇੰਦਵਾਲ ਸਾਹਿਬ ਚਲੇ ਜਾਓ। ਸਾਡੇ ਪੁੱਤਰ ਤੁਹਾਡੇ ਨਾਲ ਈਰਖਾ ਕਰਨਗੇ, ਦਵੈਸ਼ ਕਰਨਗੇ, ਝਗੜਾ ਵੀ ਕਰਨਗੇ। ਗੁਰੂ ਨਾਨਕ ਸਾਹਿਬ ਜੀਆਂ ਨੇ ਸਾਨੂੰ ਗੁਰਤਾ ਗੱਦੀ ਦੇ ਕੇ ਸਾਨੂੰ ਕਰਤਾਰਪੁਰ ਨਹੀਂ ਰਹਿਣ ਦਿੱਤਾ ਹੈ। ਉਹਨਾਂ ਆਖਿਆ ਖਡੂਰ ਸਾਹਿਬ ਚਲੇ ਜਾ। ਦਿੱਤਾ ਛੋੜ ਕਰਤਾਰਪੁਰ, ਬੈਠ ਖਡੂਰੇ ਜੋਤ ਜਗਾਈ। ਅਸੀਂ ਖਡੂਰ ਸਾਹਿਬ ਆ ਗਏ ਹਾਂ ਵੀ ਪੁੱਤਰਾਂ ਦੇ ਵਿੱਚ ਈਰਖਾ ਪਵੇਗੀ, ਝਗੜਾ ਕਰਨਗੇ। ਤੁਸੀਂ ਖਡੂਰ ਸਾਹਿਬ ਰਹੋਗੇ, ਸਾਡੇ ਪੁੱਤਰ ਤੁਹਾਡੇ ਨਾਲ ਝਗੜਾ ਕਰਨਗੇ, ਇਸ ਕਰਕੇ ਗੋਇੰਦਵਾਲ ਚਲੇ ਜਾਓ। ਜਦੋਂ ਇਹ ਬਚਨ ਆਖਿਆ ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ, ਜੈ ਬਸਾਲੈ ਤੈ ਬੈਸਾ ਸੁਆਮੀ। ਮਹਾਰਾਜ ਜਿੱਥੇ ਤੁਸੀਂ ਕਹੋਗੇ ਨਾ ਬੈਠਣ ਵਾਸਤੇ, ਭਾਵੇਂ ਖਡੂਰ ਸਾਹਿਬ ਹੈ ਤੇ ਭਾਵੇਂ ਗੋਇੰਦਵਾਲ ਹੈ, ਜਿੱਥੇ ਤੁਸੀਂ ਕਹੋਗੇ ਅਸੀਂ ਉੱਥੇ ਹੀ ਬੈਠ ਜਾਣਾ ਹੈ। ਜੈ ਭੇਜੈ ਤੈ ਜਾਵਾ। ਮਹਾਰਾਜ ਜਿੱਥੇ ਤੁਸੀਂ ਮੈਨੂੰ ਭੇਜੋਗੇ ਮੈਂ ਉੱਥੇ ਚਲੇ ਜਾਣਾ ਹੈ। ਸਭ ਨਗਰੀ ਮੈਂ ਏਕੋ ਰਾਜਾ। ਸਤਿਗੁਰੂ ਸਾਰੀਆਂ ਨਗਰੀਆਂ, ਇਹ ਜਿਹੜੇ ਪਿੰਡ ਨੇ ਨਗਰ ਨੇ, ਇਹਨਾਂ ਸਾਰਿਆਂ ਵਿੱਚ ਆਪ ਹੀ ਰਾਜਾ ਰੂਪ ਹੋ। ਤੇ ਨਗਰੀ ਗੁਰਮੁਖੋ ਸਾਡਾ ਇਹ ਸਰੀਰ ਵੀ ਹੈ, ਇਹ ਸਰੀਰਾਂ ਰੂਪੀ ਜਿਹੜੇ ਨਗਰ ਨੇ ਇਹਨਾਂ ਵਿੱਚ ਵੀ ਮਹਾਰਾਜ ਆ ਬੈਠੇ ਹੋਏ ਹੋ। ਸਭੈ ਪਵਿੱਤ ਹੈ ਥਾਵਾ। ਮਹਾਰਾਜ ਸਾਹਿਬ ਜੀ ਆਪ ਐਸੇ ਰਾਜੇ ਹੋ ਜਿੱਥੇ ਆਪ ਜੀ ਬੈਠ ਜਾਂਦੇ ਹੋ, ਸਾਰੀਆਂ ਥਾਵਾਂ ਪਵਿੱਤਰ ਹੋ ਜਾਂਦੀਆਂ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ। ਐਸੀ ਦਾਤ ਆ ਬਖਸ਼ਿਸ਼ ਕਰਦੇ ਹੋ। ਬਾਬਾ ਦੇਹ ਵਸਾ ਸੱਚ ਗਾਵਾ। ਸਤਿਗੁਰੂ ਬਚਨ ਬਖਸ਼ਿਸ਼ ਕਰਦੇ, ਕਹਿਣ ਲੱਗੇ ਬਾਬਾ ਹੈ ਭਾਈ, ਇਹ ਜਿਹੜੀ ਦੇਹ ਹੈ, ਸਰੀਰ ਹੈ, ਇਹਦੇ ਵਿੱਚ ਵਸ ਕੇ ਮੈਂ ਤੇਰੇ ਜਸ ਨੂੰ ਗਾਉਣਾ ਕਰਾਂ। ਜਾਤੇ ਸਹਜੇ ਸਹਿ ਸਮਾਵਾ। ਇਸ ਕਰਕੇ ਜਿਨ੍ਹਾਂ ਨੇ ਸਤ ਸੰਗਤ ਰੂਪੀ ਇਹ ਗਾਮ ਹੈ, ਸਤ ਸੰਗਤ ਰੂਪੀ ਇਹ ਪਿੰਡ ਹੈ ਜਿੱਥੇ ਬੈਠੇ ਆ, ਇਹਦੇ ਵਿੱਚ ਬੈਠ ਕੇ ਮੈਂ ਆਪ ਜੀ ਦੇ ਜਸ ਨੂੰ ਗਾਉਣਾ ਕਰਾਂ। ਤੇ ਪਾਤਸ਼ਾਹ ਬਚਨ ਬਖਸ਼ਿਸ਼ ਕਰਦੇ, ਬਾਬਾ ਦੇਹ ਵਸੈ ਸੱਚ ਗਾਵਾਂ। ਜਾਂ ਸਰੀਰ ਵਿੱਚ ਵੀ ਰਹਿ ਕੇ ਮੈਂ ਤੇਰੇ ਸੱਚ ਨਾਮ ਨੂੰ ਗਾਉਣਾ ਕਰਾਂ। ਰਹਾਉ ਬੁਰਾ ਭਲਾ ਕਿਛ ਆਪਸ ਤੇ ਜਾਣਿਆ। ਮਹਾਰਾਜ ਸਾਹਿਬ ਜੀ ਬੁਰਾ ਕਰਮ ਤੇ ਜਿਹੜਾ ਭਲਾ ਕਰਮ ਹੈ, ਚੰਗਾ ਕਰਮ ਜਿਹਨੂੰ ਆਪਾਂ ਕਹਿੰਦੇ, ਮਾੜਾ ਕਰਮ ਜਿਹੜਾ ਹੈ, ਇਹ ਸਭ ਕੁਝ ਆਪਸ ਤੇ ਜਾਣਿਆ। ਮੈਂ ਇਹ ਜਾਣ ਲਿਆ ਵੀ ਇਹ ਸਭ ਕੁਝ ਮੇਰੇ ਤੋਂ ਹੀ ਹੋ ਰਿਹਾ ਹੈ, ਮੈਂ ਆਪ ਹੀ ਮਾੜੇ ਕਰਮਾਂ ਵਿੱਚ ਪਿਆ ਹੋਇਆ। ਪਾਤਸ਼ਾਹ ਜੀ ਮੇਰੀ ਇਹ ਬੇਨਤੀ ਹੈ ਵੀ ਬੁਰਾ ਭਲਾ ਕਰਮ ਇਹ ਸਭ ਕੁਝ ਮੇਰੇ ਤੋਂ ਹੋ ਰਿਹਾ ਹੈ। ਏਈ ਸਗਲ ਵਿਕਾਰਾ। ਤੇ ਇਹ ਜਿਹੜੇ ਬੁਰੇ ਕਰਮ ਨੇ ਇਹ ਸਾਰੇ ਵਿਕਾਰਾਂ ਦਾ ਮੁੱਢ ਨੇ। ਪਾਪ ਤੋਂ ਵਿਕਾਰ ਪੈਦਾ ਹੁੰਦਾ ਤੇ ਵਿਕਾਰ ਤੋਂ ਫਿਰ ਪਾਪ ਪੈਦਾ ਹੁੰਦਾ। ਇਹ ਸਾਰਾ ਮੁੱਢ ਮੇਰੇ ਕੀਤੇ ਹੋਏ ਵਿਕਾਰ ਪਾਪਾਂ ਦਾ ਬਣਿਆ ਹੋਇਆ ਹੈ। ਇਹ ਫਰਮਾਇਆ ਖਸਮ ਕਾ ਹੋਆ। ਮਹਾਰਾਜ ਸਾਹਿਬ ਜੀ ਇਹ ਸਾਰਾ ਸੰਸਾਰ ਖਸਮ ਅਕਾਲ ਪੁਰਖ ਦਾ ਵਰਤਾਇਆ ਵਰਤਦਾ ਪਿਆ ਹੈ। ਇਹ ਜਿਹੜਾ ਖਸਮ ਹੈ ਨਾ, ਅਕਾਲ ਪੁਰਖ ਪਰਮੇਸ਼ਰ, ਇਹ ਉਹਦਾ ਵਰਤਾਰਾ ਵਰਤਦਾ ਹੈ। ਵਰਤਾ ਇਹ ਸੰਸਾਰਾ। ਇਹ ਜਿਹੜਾ ਸਾਰਾ ਸੰਸਾਰ ਹੈ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਵਰਤਦਾ ਪਿਆ ਹੈ। ਇਹ ਸਾਰਾ ਉਹਦਾ ਹੀ ਬਣਾਇਆ ਹੋਇਆ ਹੈ। ਇੰਦਰੀ ਧਾਤ ਸਬਲ ਕਹਿਤ ਹੈ। ਮਹਾਰਾਜ ਇਹ ਜਿਹੜੀਆਂ ਸਾਡੇ ਸਰੀਰ ਦੀਆਂ ਇੰਦਰੀਆਂ ਨੇ ਨਾ, ਇੰਦਰੀਆਂ ਕੀ ਨੇ? ਸਾਡੀਆਂ ਅੱਖਾਂ, ਸਾਡੇ ਕੰਨ, ਨੱਕ, ਜ਼ੁਬਾਨ, ਪੈਰ, ਹੱਥ, ਇਹ ਸਰੀਰ ਦੀਆਂ ਇੰਦਰੀਆਂ ਨੇ। ਪਾਤਸ਼ਾਹ ਕਹਿਣ ਲੱਗੇ ਇੰਦਰੀ ਧਾਤ ਸਬਲ ਕਹਿਤ ਹੈ। ਜਿਹੜੀਆਂ ਇੰਦਰੀਆਂ ਨੇ ਧਾਤ ਕਹੀਏ ਦੌੜਦੀਆਂ ਨੇ, ਤੇ ਸਬਲ ਕਹੀਏ ਬਲ ਦੇ ਸਹਿਤ।
ਕਈ ਵਾਰੀ ਅਸੀਂ ਚਾਹੁੰਦੇ ਵੀ ਹਾਂ ਵੀ ਸਾਡੀਆਂ ਅੱਖਾਂ ਇੱਧਰ ਨੂੰ ਨਾ ਵੇਖਣ, ਬਦੋ ਬਦੀ ਵੇਖਦੀਆਂ, ਅਸੀਂ ਰੋਕ ਹੀ ਨਹੀਂ ਸਕੇ। ਕਈ ਵਾਰੀ ਅਸੀਂ ਚਾਹੁੰਦੇ ਹਾਂ ਵੀ ਮੇਰੇ ਕੰਨ ਫਲਾਣੇ ਦੀ ਗੱਲ ਨਾ ਸੁਣ, ਪਰ ਬਦੋ ਬਦੀ ਗੱਲ ਸੁਣੀ ਵੀ ਜਾ ਰਿਹਾ। ਅਸੀਂ ਚਾਹੁੰਦੇ ਵੀ ਹਾਂ ਵੀ ਮੇਰੀ ਜ਼ੁਬਾਨ ਕਿਸੇ ਨਾਲ ਕੋਈ ਮਾੜਾ ਬਚਨ ਨਾ ਕਰੇ, ਫਿਰ ਵੀ ਜ਼ੁਬਾਨ ਵਿੱਚੋਂ ਕੋਈ ਨਿੰਦਿਆ ਚੁਗਲੀ ਦਾ ਬਚਨ ਨਿਕਲ ਜਾਂਦਾ। ਚਾਹੁੰਦੇ ਹਾਂ ਵੀ ਕੋਈ ਸੰਗਤ ਵੱਲ ਨਹੀਂ ਚੱਲ ਕੇ ਜਾਣਾ, ਫਿਰ ਵੀ ਪੈਰ ਆਪਣੇ ਆਪ ਕੋ ਸੰਗਤ ਵੱਲ ਚਲੇ ਜਾਂਦੇ। ਇੰਦਰੀ ਧਾਤ ਸਬਲ ਕਹੀਅਤ ਹੈ। ਇਹ ਜਿਹੜੀਆਂ ਇੰਦਰੀਆਂ ਨੇ ਧਾਤ ਕਹੀਏ ਦੌੜਦੀਆਂ, ਪਰ ਦੌੜਦੀਆਂ ਵੀ ਬਲ ਦੇ ਸਹਿਤ ਨੇ। ਅਸੀਂ ਰੋਕਣਾ ਚਾਹੁੰਦੇ ਹਾਂ, ਫਿਰ ਵੀ ਸਾਡੇ ਕੋਲ ਰੁਕਦੀਆਂ ਨਹੀਂ ਹਨ। ਇੰਦਰੀ ਕਿਸ ਤੇ ਹੋਈ? ਮਹਾਰਾਜ ਕਿਰਪਾ ਕਰਕੇ ਦੱਸੋ ਵੀ ਇਹ ਜਿਹੜੀਆਂ ਬਲ ਵਾਲੀਆਂ ਇੰਦਰੀਆਂ ਨੇ ਪੈਦਾ ਕਿਵੇਂ ਹੋਈਆਂ, ਜਿਹੜੀਆਂ ਸਾਡੇ ਆਖੇ ਹੀ ਨਹੀਂ ਲੱਗਦੀਆਂ ਪਈਆਂ, ਆਪਣੀ ਮਰਜ਼ੀ ਕਰਦੀਆਂ ਹਨ। ਆਪੇ ਖੇਲ ਕਰੈ ਸਭ ਕਰਤਾ। ਪਾਤਸ਼ਾਹ ਕਹਿਣ ਲੱਗੇ ਉਹ ਕਰਤਾ ਅਕਾਲ ਪੁਰਖ ਆਪ ਹੀ ਸਾਰੀਆਂ ਖੇਡਾਂ ਕਰਦਾ ਪਿਆ ਹੈ। ਨੇਤਰਾਂ ਦੇ ਵਿੱਚ ਵੀ ਉਹ ਬੈਠਾ, ਕੰਨਾਂ ਦੇ ਵਿੱਚ ਵੀ ਸੁਣਦਾ ਪਿਆ, ਜ਼ੁਬਾਨ ਤੋਂ ਬੋਲਦਾ ਪਿਆ। ਇਹ ਕਰਤਾ ਅਕਾਲ ਪੁਰਖ ਆਪਣੀਆਂ ਖੇਡਾਂ ਸਾਰੀਆਂ ਖੇਡਦਾ ਹੈ। ਐਸਾ ਬੁੱਝੈ ਕੋਈ। ਪਰ ਇਸ ਗੱਲ ਨੂੰ ਗੁਰਮੁਖੋ ਕੋਈ ਵਿਰਲਾ ਹੀ ਬੁੱਝਦਾ ਹੈ। ਵੈਸੇ ਤੇ ਅਸੀਂ ਆਖਦੇ ਵੀ ਸਾਰਾ ਕੁਝ ਮੇਰਾ ਹੀ ਹੈ, ਪਰ ਕੋਈ ਗੁਰਮੁਖ ਵਿਰਲਾ ਹੀ ਹੈ ਜਿਹੜਾ ਇਸ ਗੱਲ ਨੂੰ ਬੁੱਝਦਾ, ਜਾਣਦਾ ਹੈ। ਨੇਤਰਾਂ ਵਿੱਚ ਵੀ ਉਹ ਵਸਿਆ, ਕੰਨਾਂ ਵਿੱਚ ਵੀ ਉਹ ਸਮਾਇਆ, ਜ਼ੁਬਾਨ ਤੇ ਵੀ ਉਹਦਾ ਵਾਸਾ। ਇਸ ਗੱਲ ਨੂੰ ਕੋਈ ਵਿਰਲਾ ਗੁਰਮੁਖ ਜਾਣਦਾ ਹੈ। ਗੁਰ ਪ੍ਰਸਾਦੀ ਏਕ ਲਿਵ ਲਾਗੀ। ਗੁਰੂ ਕਿਰਪਾ ਨਾਲ ਜਿਨ੍ਹਾਂ ਦੀ ਇੱਕ ਦੇ ਨਾਲ ਲਿਵ ਲੱਗੀ ਹੈ। ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜੋਂ ਕਿਆ ਕਰੇ। ਵਿਚਾਰੀਆ ਬਾਣੀ ਦਾ ਬਚਨ ਹੈ। ਕਹਿਣ ਲੱਗੇ ਗੁਰੂ ਕਿਰਪਾ ਨਾਲ ਜਿੱਦੇ ਗੁਰੂ ਬਖਸ਼ਿਸ਼ ਕਰੇ ਉਹਦੀ ਇੱਕ ਦੇ ਨਾਲ ਲਿਵ ਲੱਗਦੀ ਹੈ। ਦੁਬਦਾ ਤਦੇ ਬਿਨਾਸੀ। ਤੇ ਜਿਹੜੀਆਂ ਦੁਬਦਾ ਨੇ ਉਹਨਾਂ ਫਿਰ ਗੁਰਮੁਖਾਂ ਦੀਆਂ ਨਾਸ ਹੋ ਜਾਂਦੀਆਂ। ਦੁਬਦਾ ਕੀ ਹੈ? ਦੁਬਦਾ ਤੋਂ ਭਾਵ ਹੈ ਦੋ ਰਾਹ, ਕਿਹੜੇ ਪਾਸੇ ਜਾਣਾ ਹੈ। ਹਰ ਵੇਲੇ ਮਨ ਫੈਸਲਾ ਹੀ ਨਹੀਂ ਕਰ ਪਾਉਂਦਾ, ਪਰ ਗੁਰਮੁਖਾਂ ਦੀ ਦੁਬਦਾ ਨਾਸ ਹੋ ਗਈ। ਦੋ ਰਾਹਾਂ ਵਾਲਾ ਸੰਕਟ ਹੀ ਖਤਮ ਹੋ ਗਿਆ। ਦੋ ਰਾਹ ਉਹਨਾਂ ਵਾਸਤੇ ਰਹਿ ਹੀ ਨਹੀਂ ਗਏ। ਗੁਰਮੁਖ ਕੇਵਲ ਇੱਕ ਦੇ ਰਾਹ ਨੂੰ ਚੁਣਦੇ ਪਏ, ਉਹਨਾਂ ਦੀ ਦੁਬਦਾ ਸਦਾ ਵਾਸਤੇ ਮੁੱਕ ਜਾਂਦੀ ਹੈ। ਜੋ ਤਿਸ ਭਾਣਾ ਸੋ ਸਤਿਕਾਰ ਮਾਨਿਆ। ਜਿਨ੍ਹਾਂ ਦੀ ਦੁਬਦਾ ਖਤਮ ਹੋਈ ਹੈ ਨਾ, ਉਹਨਾਂ ਨੇ ਪਰਮਾਤਮਾ ਦੇ ਭਾਣੇ ਨੂੰ ਸਤ ਕਰਕੇ ਮੰਨ ਲਿਆ ਹੈ। ਜੋ ਪਰਮਾਤਮਾ ਚੰਗਾ ਮਾੜਾ ਦੁੱਖ ਜਾਂ ਸੁੱਖ ਦਿੰਦਾ ਹੈ, ਉਹਦੇ ਭਾਣੇ ਵਿੱਚ ਜੋ ਤੁਧ ਭਾਵੈ ਸਾਈ ਭਲੀ ਕਾਰ। ਜੇ ਦੁੱਖ ਆ ਗਿਆ ਤਾਂ ਵੀ ਤੇਰਾ ਭਲਾ ਸੁੱਖ, ਜੇ ਸੁੱਖ ਦੇ ਤਾਂ ਤੁਝੈ ਰਾਧੀ ਦੁੱਖ ਭੀ ਤੁਝੈ। ਧਿਆਈ ਬਾਣੀ ਦੇ ਬਚਨ ਨੇ ਉਹ ਦੁੱਖ ਸੁੱਖ ਦੇ ਵਿੱਚ ਭਲਾ ਹੀ ਸਮਝਦੇ ਹਨ। ਕਾਟੀ ਜਮ ਕੀ ਫਾਸੀ। ਉਹਨਾਂ ਦੀ ਫਿਰ ਜਮਾਂ ਦੀ ਜਿਹੜੀ ਫਾਈ ਹੈ ਉਹ ਮਹਾਰਾਜ ਕੱਟ ਦਿੰਦੇ। ਟੂਟੀ ਜਮ ਕੀ ਫਾਸੀ। ਰਹਿ ਰਾਸ ਵਿੱਚ ਆਪਾਂ ਬਚਨ ਪੜ੍ਹਦੇ ਹਾਂ, ਭਾਣਾ ਮੰਨਣ ਵਾਲਿਆਂ ਦੀਆਂ ਫਾਈਆਂ ਕੱਟੀਆਂ ਜਾਂਦੀਆਂ ਹਨ। ਭਣਤ ਨਾਨਕ ਲੇਖਾ ਮੰਗੈ ਕਵਣ ਜਾ ਚੁੱਕਾ ਮਨ ਅਭਿਮਾਨਾ। ਸਤਿਗੁਰੂ ਪਾਤਸ਼ਾਹ ਬਚਨ ਬਖਸ਼ਿਸ਼ ਕਰਦੇ, ਕਹਿਣ ਲੱਗੇ ਭਣਤ ਨਾਨਕ ਲੇਖਾ ਮੰਗੈ ਕਵਨਾ। ਤੇਰਾ ਲੇਖਾ ਕੌਣ ਮੰਗ ਸਕਦਾ ਹੈ? ਕਦੋਂ? ਚੂਕਾ ਮਨ ਅਭਿਮਾਨਾ। ਜਦੋਂ ਤੇਰੇ ਮਨ ਦਾ ਹੰਕਾਰ ਖਤਮ ਹੋ ਗਿਆ, ਫਿਰ ਤੇਰੇ ਕੋਲੋਂ ਲੇਖਾ ਕੋਈ ਮੰਗ ਹੀ ਨਹੀਂ ਸਕਦਾ। ਵੈਸੇ ਬਚਨ ਇਹ ਹੈ ਕਿ ਲੇਖਾ ਉਹਨਾਂ ਚਿਰ ਮੰਗਿਆ ਜਾਣਾ ਜਿੰਨਾ ਚਿਰ ਤੇਰੇ ਮਨ ਵਿੱਚ ਮਾਨ ਹੈ, ਹੰਕਾਰ ਹੈ। ਜਦੋਂ ਹੰਕਾਰ ਖਤਮ ਹੋ ਗਿਆ ਨਾ, ਫਿਰ ਲੇਖਾ ਮੰਗਿਆ ਕਵਣਾ। ਫਿਰ ਕੌਣ ਹੈ ਜਿਹੜਾ ਤੇਰਾ ਲੇਖਾ ਮੰਗ ਸਕੇ? ਨਹੀਂ, ਤੇਰੇ ਕੋਲੋਂ ਕੋਈ ਲੇਖਾ ਮੰਗ ਹੀ ਨਹੀਂ ਸਕਦਾ ਹੈ। ਜਾਂ ਤੂੰ ਮੇਰਾ ਵੱਲ ਹੈ ਤਾਂ ਕਿਆ ਮੋਸ਼ੰਦਾ, ਤੂੰ ਸਭ ਕੁਝ ਮੈਨੂੰ ਸੌਂਪਿਆ। ਜਾਂ ਤੇਰਾ ਬੰਦਾ ਲਖਮੀ ਟੋਟ ਨਾ ਆਵਈ, ਖਾਏ ਖਰਚ ਰਹੰਦਾ 184 ਮੇਦਨੀ। ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀਤਿਆ। ਨਹਿ ਮੰਗੈ ਮੰਦਾ ਲੇਖਾ ਕੋਏ ਨਾ ਪੁੱਛਈ, ਜਾਂ ਹਰ ਬਖਸ਼ਤ। ਪਾਤਸ਼ਾਹ ਕਹਿਣ ਲੱਗੇ ਜਦੋਂ ਮਨ ਦਾ ਹੰਕਾਰ ਖਤਮ ਹੋ ਗਿਆ ਨਾ, ਫਿਰ ਕੋਈ ਲੇਖਾ ਨਹੀਂ ਲੈ ਸਕੇਗਾ। ਨਾ ਦੁਨੀਆ ਦਾ ਲੋਕ ਕੋਈ ਹਿਸਾਬ ਕਿਤਾਬ ਲੈ ਸਕਣਗੇ, ਨਾ ਪਰਲੋਕ ਦੇ ਵਿੱਚ ਧਰਮ ਰਾਜਾ ਕੋਈ ਉਹਨਾਂ ਦਾ ਲੇਖਾ ਲੈ ਸਕਦਾ ਹੈ। ਜਿਨ੍ਹਾਂ ਦਾ ਹੰਕਾਰ ਖਤਮ ਹੋ ਗਿਆ ਪਰਮਾਤਮਾ ਦੀ ਸਿਫਤ ਕਰਕੇ। ਤਾਸ ਤਾਸ ਧਰਮ ਰਾਏ ਜਪਤ ਹੈ। ਉਸ ਵੇਲੇ ਐਸੇ ਗੁਰਮੁਖ ਮੰਨ ਲਓ ਕਿਤੇ ਆਪਣੀ ਮਨਮਰਜ਼ੀ ਦੇ ਨਾਲ ਧਰਮਰਾਜ ਦੇ ਦਰਬਾਰ ਵਿੱਚ ਵੀ ਚਲੇ ਜਾਂਦੇ ਤੇ ਕਹਿਣ ਲੱਗੇ ਤਾਸ, ਉਹ ਜਿਹੜਾ ਧਰਮ ਰਾਜਾ ਹੈ, ਫਿਰ ਉਸ ਵੇਲੇ
ਪਏ ਸੱਚੇ ਕੀ ਸ਼ਰਨਾ। ਉਹ ਵੀ ਆਖਦਾ ਹੈ ਮਹਾਂਪੁਰਖੋ ਆਪ ਤੇ ਅਕਾਲ ਪੁਰਖ ਦੀ ਸ਼ਰਨ ਵਿੱਚ ਪਏ ਹੋਏ ਹੋ, ਮੈਨੂੰ ਵੀ ਆਪਣੀ ਸ਼ਰਨ ਵਿੱਚ ਪਾ ਲਓ। ਇਹ ਬਚਨ ਮਹਾਰਾਜ ਸਾਹਿਬ ਜੀਆਂ ਦੇ ਕਿ ਜਿਹੜੇ ਤੇਰੇ ਨਾਮ ਜਪਦੇ ਨੇ ਉਹਨਾਂ ਗੁਰਮੁਖਾਂ ਦੀ ਐਸੀ ਅਵਸਥਾ ਬਣ ਜਾਂਦੀ ਹੈ ਕਿ ਧਰਮ ਰਾਜਾ ਵੀ ਉਹਨਾਂ ਨੂੰ ਆਖਦਾ ਵੀ ਜਿਸ ਤਰ੍ਹਾਂ ਤੁਸੀਂ ਸ਼ਰਨ ਵਿੱਚ ਪਏ ਹੋ ਮੈਨੂੰ ਆਪਣੀ ਸ਼ਰਨ ਵਿੱਚ ਪਾ ਕੇ ਮੇਰਾ ਭਲਾ ਕਰ ਦਿਓ। ਜਾਂ ਤਾਸ ਤੋਂ ਭਾਵ ਇਹ ਹੈ ਕਿ ਧਰਮ ਰਾਜਾ ਵੀ ਉਹਨਾਂ ਦੇ ਕੋਲੋਂ ਤਾਸ ਕੀਏ ਤਰਾਹੇ ਕਰਦਾ, ਡਰਦਾ ਹੈ। ਇਹ ਰੱਬ ਦੀ ਬੰਦਗੀ ਕਰਨ ਵਾਲਾ ਨਾ ਹੋ ਨਾ ਤੂੰ ਨਾ ਛੁਟੈ, ਨਿਕਟ ਨਾ ਜਾਈਓ ਦੂਤ, ਇਸ ਤਰ੍ਹਾਂ ਧਰਮ ਰਾਜਾ ਆਖਦਾ, ਇੰਨਾ ਡਰ ਰੱਖਦਾ ਰੱਬ ਦੇ ਪਿਆਰਿਆਂ। ਇਹ ਮਹਾਰਾਜ ਸਾਹਿਬ ਦੀਆਂ ਨੇ ਅੰਮ੍ਰਿਤ ਉਪਦੇਸ਼ ਦੀ ਬਖਸ਼ਿਸ਼ ਕੀਤੀ ਹੈ। ਵਿਚਾਰ ਕਰਦਿਆਂ ਭੁੱਲ ਚੁੱਕ ਦੀ ਮੁਆਫੀ, ਬਚਨ ਗੁਰੂ ਕਾ ਦਿਓ ਸੱਜਣ ਅਸੀਸੜੀਆਂ, ਜੋ ਵੈ ਸਾਹਿਬ ਸਿਓ ਮੇਲੋ। ਤਾਸ ਤਮਰਾਏ ਜਪਤ ਹੈ, ਪਏ ਸੱਚੇ ਕੀ ਸ਼ਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ। ਅੱਜ ਗੁਰੂ ਕੀ ਗੋਲਕ ਖੋਲੀ ਜਾਣੀ ਹੈ। ਸਮਾਂ ਕੋਈ 9:30 ਵਜੇ ਦਾ ਹੈ। ਜਿਨ੍ਹਾਂ ਸੰਗਤਾਂ ਕੋਲ ਟਾਈਮ ਹੋਵੇ ਮਾਇਆ ਦੀ ਗਿਣਤੀ ਕਰਾਉਣ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।